ਮੈਂ ਸਵਰਗੀ ਦਰਸ਼ਨ ਤੋਂ ਬੇਮੁਖ ਨਾ ਹੋਇਆ। ਇਹ ਸੰਦੇਸ਼, ਮੈਂ ਸਵਰਗੀ ਦਰਸ਼ਨ ਤੋਂ ਬੇਮੁਖ ਨਾ ਹੋਇਆ। ਆਈ ਵਾਜ਼ ਨਾਟ ਡਿਸਓਬੀਡੀਐਂਟ ਟੂ ਦਾ ਹੈਵਨਲੀ ਵਿਜ਼ਨ। ਸਾਡੇ ਪਿਆਰੇ ਭਾਈ ਵਿਲੀਅਮ ਮੈਰੀਅਨ ਬ੍ਰਾਨਮ ਨੇ ਸੋਮਵਾਰ ਸ਼ਾਮ 18 ਜੁਲਾਈ 1949 ਨੂੰ ਗ੍ਰੇਸ ਮਿਸ਼ਨਰੀ ਚਰਚ ਯਾਯੋਨ, ਇਲੀਨੋਈ, ਸੰਯੁਕਤ ਰਾਜ ਅਮਰੀਕਾ ਵਿੱਚ ਪ੍ਰਚਾਰ ਕੀਤਾ ਸੀ। ਧੰਨਵਾਦ ਭਾਈ। ਇਸੇ ਤਰ੍ਹਾਂ ਮੈਂ ਵੀ ਤੁਹਾਨੂੰ ਪਿਆਰ ਕਰਦਾ ਹਾਂ। ਕਿੰਨੇ ਭਾਈ ਬ੍ਰਾਹਮਣ ਨੂੰ ਪਿਆਰ ਕਰਦੇ ਹਨ? ਆਪਣੇ ਹੱਥ ਵਿਖਾਓ। ਸੰਪਾਦਕ: ਤੁਹਾਡਾ ਧੰਨਵਾਦ। ਇਹ ਦੋਹੀਂ ਪਾਸੇ ਹੈ। ਮੈਂ ਯਕੀਨੀ ਹਾਂ ਕਿ ਇਹ ਸਾਡੇ ਸਭਨਾਂ ਵਿੱਚ ਹੈ। ਕੀ ਹੁਣ ਅਸੀਂ ਆਪਣੇ ਸਿਰਾਂ ਨੂੰ ਝੁਕਾਈਏ ਜਦ ਅਸੀਂ ਉਸ ਨਾਲ ਗੱਲਾਂ ਕਰਦੇ ਹਾਂ, ਆਪਣੇ ਪ੍ਰਭੂ ਯਿਸੂ ਨਾਲ, ਜਿਸ ਨੂੰ ਅਸੀਂ ਪਿਆਰ ਕਰਦੇ ਹਾਂ। ਸਾਡੇ ਸਵਰਗੀ ਪਿਤਾ, ਅੱਜ ਸ਼ਾਮ ਅਸੀਂ ਤੇਰੇ ਬਹੁਤ ਸ਼ੁਕਰਗੁਜ਼ਾਰ ਹਾਂ ਤੇਰੇ ਪੁੱਤਰ ਯਿਸੂ ਦੇ ਪਿਆਰ ਲਈ, ਜੋ ਪਵਿੱਤਰ ਆਤਮਾ ਦੇ ਰਾਹੀਂ ਸਾਡੇ ਹਿਰਦਿਆਂ 'ਤੇ ਵਹਾਇਆ ਗਿਆ ਹੈ। ਉਸ ਦੀ ਮੌਜੂਦਗੀ ਸਾਨੂੰ ਇੱਥੇ ਪਹਿਲਾਂ ਹੀ ਮਿਲ ਗਈ ਹੈ ਅਤੇ ਅਸੀਂ ਬਹੁਤ ਖੁਸ਼ ਹਾਂ। ਅੱਜ ਰਾਤ ਅਸੀਂ ਉਸ ਵੱਲ ਤੱਕ ਰਹੇ ਹਾਂ ਕਿ ਉਹ ਅੱਜ ਰਾਤ ਸਾਨੂੰ ਇਸ ਕਦਰ ਆਪਣੀ ਹਜ਼ੂਰੀ ਨਾਲ ਭਰ ਦੇਵੇ ਕਿ ਅਸੀਂ ਆਪਣੀ ਨਿਗਾਹ ਹਰ ਉਸ ਚੀਜ਼ ਤੋਂ ਹਟਾ ਲਈਏ ਜੋ ਗਲਤ ਹੈ। ਹੋਣ ਦੇ ਕਿ ਜੇਕਰ ਪਾਪੀ ਇਸ ਭਵਨ ਵਿੱਚ ਮੌਜੂਦ ਹਨ ਤਾਂ ਉਹ ਤੇਰੀ ਸੇਵਾ ਲਈ ਆਪਣਾ ਦਿਲ ਤੈਨੂੰ ਦਿੱਤੇ ਬਿਨਾਂ ਇਸ ਭਵਨ ਦੀਆਂ ਬਰੂਹਾਂ ਤੋਂ ਬਾਹਰ ਨਾ ਜਾਣ। ਪ੍ਰਭੂ, ਉਹਨਾਂ ਨੂੰ ਆਸ਼ੀਸ਼ਿਤ ਕਰ ਜੋ ਸਰੀਰਕ ਤੌਰ 'ਤੇ ਪੀੜਤ ਹਨ। ਹੇ ਪਰਮੇਸ਼ਰ, ਇੱਥੇ ਬਹੁਤ ਹਨ ਜਿਨ੍ਹਾਂ ਲਈ ਇਸ ਧਰਤੀ ਦੇ ਪਿਆਰੇ ਡਾਕਟਰਾਂ ਨੇ ਬਹੁਤ ਸਖਤ ਕੋਸ਼ਿਸ਼ ਕੀਤੀ ਹੈ। ਉਹਨਾਂ ਦੇ ਜੀਵਨ ਨੂੰ ਬਚਾਉਣ ਲਈ ਦਿਨ ਰਾਤ ਕੰਮ ਕਰ ਰਹੇ ਹਨ, ਪਰ ਪ੍ਰਤੀਤ ਹੁੰਦਾ ਹੈ ਕਿ ਦੁਸ਼ਮਣ ਪੱਕੇ ਇਰਾਦੇ ਨਾਲ ਉਹਨਾਂ ਦੇ ਜੀਵਨ ਨੂੰ ਲੈਣਾ ਚਾਹੁੰਦਾ ਹੈ। ਅਤੇ ਅੱਜ ਰਾਤ ਉਹ ਇੱਥੇ ਹਨ। ਪ੍ਰਭੂ, ਉਹ ਜਾਣਦੇ ਹਨ ਉਹਨਾਂ ਦੇ ਨਤੀਜਿਆਂ ਦਾ ਇਹ ਆਖਰੀ ਸਰੋਤ ਹੈ। ਤੂੰ ਉਹਨਾਂ ਦਾ ਆਖਰੀ ਸਹਾਰਾ ਹੈ। ਇਹ ਪਿਤਾ, ਮੈਂ ਰੱਬੀ ਵਿਸ਼ਵਾਸ ਨਾਲ ਯਕੀਨੀ ਹਾਂ ਕਿ ਤੂੰ ਕਿਸੇ ਨੂੰ ਵੀ ਨਿਰਾਸ਼ ਨਹੀਂ ਕਰੇਂਗਾ। ਅਸੀਂ ਪ੍ਰਾਰਥਨਾ ਕਰਦੇ ਹਾਂ ਅੱਜ ਰਾਤ ਹਰ ਕੋਈ ਸ਼ਿਫਾ ਪਾਵੇ। ਪਿਤਾ, ਤੇਰੇ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਇਹ ਬੇਦਾਰੀ ਦਾ ਫੈਲਣਾ ਹੋਵੇ। ਲੋਕਾਂ ਨੇ ਇੱਥੇ ਬਹੁਤ ਚਿਰ ਪਹਿਲਾਂ ਬੀਜ ਬੀਜੇ ਹਨ। ਅਤੇ ਪਿਤਾ, ਮੈਂ ਇਹ ਵੀ ਪ੍ਰਾਰਥਨਾ ਕਰਦਾ ਹਾਂ ਕਿ ਇੱਥੇ ਸਾਡੀ ਮਹਾਨ ਏਕਤਾ ਦੀ ਬੇਦਾਰੀ ਹੋਵੇ, ਜਿੱਥੇ ਤੇਰੇ ਸਭ ਲੋਕ ਸਵਰਗੀ ਥਾਵਾਂ ਵਿੱਚ ਇਕੱਠੇ ਹੋ ਜਾਣ ਅਤੇ ਇਹ ਹੋ ਸਕੇ ਕਿ ਜੋ ਚੀਜ਼ਾਂ ਤੇਰੇ ਪਵਿੱਤਰ ਨਬੀਆਂ ਰਾਹੀਂ ਸਾਲਾਂ ਪਹਿਲਾਂ ਸਥਾਪਿਤ ਕੀਤੀਆਂ ਗਈਆਂ ਸਨ, ਉਹ ਪੂਰੀਆਂ ਹੋਣ। ਪਿਤਾ, ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਆਪਣੇ ਸੇਵਕ ਦੀ ਪੁਕਾਰ ਨੂੰ ਸੁਣੇਗਾ। ਸਭ ਨੂੰ ਬਰਕਤ ਦੇ ਜੋ ਅੱਜ ਰਾਤ ਇੱਥੇ ਹਨ, ਸਭ ਮਸੀਹੀਆਂ ਨੂੰ। ਅਤੇ ਪਿਤਾ, ਅਸੀਂ ਸਭ ਡੀਕਨਾਂ ਲਈ, ਪ੍ਰਬੰਧਕਾਂ ਲਈ ਅਤੇ ਜੋ ਅੱਜ ਰਾਤ ਇੱਥੇ ਇਕੱਠੇ ਹਨ, ਸਭਨਾਂ ਲਈ ਤੇਰਾ ਧੰਨਵਾਦ ਕਰਦੇ ਹਾਂ। ਜਦ ਅਸੀਂ ਪਰਤਦੇ ਹਾਂ, ਅਸੀਂ ਕਹਿ ਸਕੀਏ ਕਿ ਕੀ ਪਰਮੇਸ਼ਰ ਦੇ ਪੁੱਤਰ ਦੀ ਹਜ਼ੂਰੀ ਦੇ ਕਾਰਨ ਸਾਡੇ ਦਿਲ ਅੰਦਰੋਂ ਗਰਮ ਨਹੀਂ ਹੋਏ ਸਨ। ਅਸੀਂ ਤੇਰੀ ਮਹਾਨ ਸਾਮਰਥ ਲਈ ਤੇਰਾ ਧੰਨਵਾਦ ਕਰਦੇ ਹਾਂ, ਜਿਸ ਨੇ ਹੁਣੇ ਹੀ ਹਬਸ਼ੀ ਇਥੋਪੀਅਨ ਲੜਕੀ ਨੂੰ ਚੰਗਾ ਕੀਤਾ ਹੈ, ਜੋ ਇੱਥੇ ਪਈ ਬੇਅੰਤ ਪੀੜਤ ਸੀ। ਜਦ ਮੈਂ ਨੇੜਿਓਂ ਲੰਘ ਰਿਹਾ ਸੀ, ਕਿਹਾ, ਭਾਈ ਬ੍ਰਾਨਮ, ਆਪਣੇ ਹੱਥ ਮੇਰੇ 'ਤੇ ਰੱਖੋ। ਅਤੇ ਤੁਰੰਤ ਪ੍ਰਭੂ, ਤੂੰ ਹੀ ਉਸ ਨੂੰ ਚੰਗਾ ਕਰ ਦਿੱਤਾ ਅਤੇ ਹੁਣ ਉਹ ਆਨੰਦ ਕਰ ਰਹੀ ਹੈ। ਕਦੇ ਪੀੜਤ ਸੀ ਅਤੇ ਹੁਣ ਆਜ਼ਾਦ ਹੈ। ਅਸੀਂ ਕਿਵੇਂ ਤੇਰਾ ਧੰਨਵਾਦ ਕਰੀਏ। ਅਤੇ ਹੁਣ ਪ੍ਰਭੂ, ਮੈਂ ਪ੍ਰਾਰਥਨਾ ਕਰਦਾ ਹਾਂ ਇਹ ਬਹੁਤ ਸਾਰਿਆਂ ਦਾ ਤਜਰਬਾ ਹੋ ਸਕੇ ਜੋ ਅੱਜ ਰਾਤ ਇਸ ਭਵਨ ਵਿੱਚ ਹਨ। ਅਸੀਂ ਪ੍ਰਭੂ ਦੀ ਮਹਿਮਾ ਲਈ ਮੰਗਦੇ ਹਾਂ, ਉਸ ਦੇ ਪਵਿੱਤਰ ਪੁੱਤਰ ਯਿਸੂ ਦੇ ਨਾਮ ਵਿੱਚ। ਆਮੀਨ। ਟੇਪ 'ਤੇ ਖਾਲੀ ਥਾਂ। ਸੰਪਾਦਕ: ਅਤੇ ਸਾਰੇ ਸੀਰੀਆ ਦੇਸ਼ ਵਿੱਚ ਉਹਦੀ ਚਰਚਾ ਹੋਣ ਲੱਗ ਪਈ ਅਤੇ ਉਹਨਾਂ ਸਭਨਾਂ ਰੋਗੀਆਂ ਨੂੰ ਜਿਹੜੇ ਕਈ ਪ੍ਰਕਾਰ ਦੇ ਰੋਗਾਂ ਅਤੇ ਦੁੱਖਾਂ ਵਿੱਚ ਫਸੇ ਹੋਏ ਸਨ, ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ, ਅਤੇ ਮਿਰਗੀ ਵਾਲਿਆਂ ਅਤੇ ਅਧਰੰਗੀਆਂ ਨੂੰ ਉਸ ਦੇ ਕੋਲ ਲਿਆਏ ਅਤੇ ਉਸ ਨੇ ਉਹਨਾਂ ਨੂੰ ਨਿਰੋਇਆ ਕੀਤਾ। ਉਹ ਕੱਲ੍ਹ, ਅੱਜ ਅਤੇ ਯੁੱਗੋ ਯੁੱਗ ਇੱਕੋ ਜਿਹਾ ਹੈ। ਆਮੀਨ। ਹੁਣ ਮੇਰਾ ਇਸ ਯਾਯੋਨ ਸ਼ਹਿਰ ਵਿੱਚ ਦੂਸਰੀ ਵਾਰ ਠਹਿਰਨਾ ਮੈਨੂੰ ਇੱਥੇ ਲਿਆਇਆ ਹੈ ਕਿ ਮੈਂ ਤੁਹਾਨੂੰ ਹੋਰ ਜਾਣ ਸਕਾਂ ਅਤੇ ਤੁਹਾਡੇ ਬਾਰੇ ਹੋਰ ਸੋਚ ਸਕਾਂ। ਅਤੇ ਮੈਂ ਸਰਾਹਨਾ ਅਤੇ ਉਹ ਸਭ ਲਈ ਜੋ ਤੁਸੀਂ ਕੀਤਾ ਹੈ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ। ਤੁਸੀਂ ਬਹੁਤ ਕਿਰਪਾਲੂ ਰਹੇ ਹੋ ਸੰਗਤੀ ਦੇ ਸਹਿਯੋਗ ਲਈ ਅਤੇ ਮੈਂ ਤੁਹਾਡੇ ਸਭ ਦਾ ਧੰਨਵਾਦ ਕਰਦਾ ਹਾਂ। ਹੁਣ ਪ੍ਰਭੂ ਦੀ ਮਰਜ਼ੀ ਹੋਈ ਕੱਲ੍ਹ ਸਵੇਰ ਮੈਂ ਆਪਣੇ ਘਰ ਜਾਵਾਂਗਾ
ਅਤੇ ਫਿਰ ਫੋਰਟ ਵੇਨ ਵਿੱਚ ਸ਼ੁਰੂ ਕਰਾਂਗਾ। ਫਿਰ ਹੇਠਾਂ ਜੋਨਸਬੋਰੋ ਵੱਲ, ਆਰਕਨਸਾਸ, ਫਿਰ ਸ਼ਰੀਵਪੋਰਟ ਵੱਲ, ਲੂਜ਼ੀਆਨਾ, ਫਿਰ ਡਲਾਸ ਵੱਲ ਅਤੇ ਪਿੱਛੇ ਪਾਣੀਆਂ ਦੇ ਪਾਰ ਫਲਿੰਟ, ਮਿਸ਼ੀਗਨ ਵਿੱਚ, ਅਤੇ ਫਲਿੰਟ ਤੋਂ ਮੈਂ ਟਿਕੋਮਾ ਜਾਵਾਂਗਾ, ਉੱਥੋਂ ਬੈਲਿੰਗਮ, ਅਤੇ ਫਿਰ ਬੈਲਿੰਗਮ ਤੋਂ ਅਸੀਂ ਕੈਨੇਡਾ ਜਾਵਾਂਗੇ, ਅਤੇ ਕੈਨੇਡਾ ਤੋਂ ਸਮੁੰਦਰ ਦੇ ਉੱਪਰੋਂ ਦੀ ਫਿਨਲੈਂਡ ਵਿੱਚ ਅਤੇ ਸਕੈਂਡੀਨੇਵੀਅਨ ਦੇਸ਼ਾਂ ਵਿੱਚ। ਅਤੇ ਯਕੀਨਨ ਮੈਂ ਆਪਣੇ ਨੇਕ ਦਿਲ ਤੋਂ ਇਹ ਕਹਿੰਦਾ ਹਾਂ ਕਿ ਮੈਂ ਤੁਹਾਡੀਆਂ ਪ੍ਰਾਰਥਨਾਵਾਂ ਦੀ ਇੱਛਾ ਰੱਖਦਾ ਹਾਂ। ਇਹ ਤੁਹਾਡੀਆਂ ਪ੍ਰਾਰਥਨਾਵਾਂ ਹੀ ਹਨ ਜੋ ਮੈਨੂੰ ਸੈਂਟ ਲੂਇਸ ਤੋਂ ਵਾਪਸ ਇੱਥੇ ਮੋੜ ਲਿਆਈਆਂ ਹਨ, ਅਤੇ ਪ੍ਰਭੂ ਤੁਹਾਡੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹੈ। ਅਤੇ ਇਹ ਮੇਰੇ ਲਈ ਅਦਭੁਤ ਹੋਵੇਗਾ ਕਿ ਤੁਸੀਂ ਮੇਰੇ ਨਾਲ ਵਾਅਦਾ ਕਰੋ ਕਿ ਤੁਸੀਂ ਮੇਰੇ ਲਈ ਪ੍ਰਾਰਥਨਾ ਕਰੋਗੇ, ਮੈਨੂੰ ਸਹਾਰਾ ਦਿਓਗੇ ਕਿ ਪ੍ਰਭੂ ਦੀ ਸੇਵਾ ਲਈ ਮੈਂ ਵਧੀਆ ਕਰਾਂ। ਕੀ ਤੁਸੀਂ ਮੇਰੇ ਨਾਲ ਵਾਅਦਾ ਕਰਦੇ ਹੋ? ਸੰਗਤ ਕਹਿੰਦੀ ਹੈ ਆਮੀਨ। ਸੰਪਾਦਕ: ਧੰਨਵਾਦ, ਅਤੇ ਮੈਂ ਇਸ 'ਤੇ ਨਿਰਭਰ ਰਹਾਂਗਾ, ਅਤੇ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਦਾ ਰਹਾਂਗਾ। ਅਤੇ ਮੈਂ ਭਰੋਸਾ ਕਰਦਾ ਹਾਂ ਮਹਾਨ ਵਿਦਾਈ ਜਿਸ ਦੀ ਤੁਸੀਂ ਲੰਮੇ ਸਮੇਂ ਤੋਂ ਉਮੀਦ ਕਰ ਰਹੇ ਸੀ, ਤੁਹਾਡੇ ਸ਼ਹਿਰ ਜਲਦ ਹੀ ਹੋਵੇਗੀ। ਹੁਣੇ ਹੀ ਇਸ ਦੁਪਹਿਰ ਇਹਨਾਂ ਭਾਈਆਂ ਵਿੱਚੋਂ ਇੱਕ ਭਾਈ ਨੇ ਜੋ ਇੱਥੇ ਮੰਚ 'ਤੇ ਹਨ, ਮੈਨੂੰ ਇੱਕ ਔਰਤ ਵੱਲੋਂ ਚਿੱਠੀ ਫੜਾਈ ਹੈ। ਕਿਆ ਇੱਕ ਬਹੁਤ ਹੀ ਧਰਮੀ ਦਿਖਣ ਵਾਲੀ ਮਾਂ, ਬਿਰਧ ਔਰਤ ਹੋਟਲ ਦੀ ਲੌਬੀ ਵਿੱਚ ਖੜ੍ਹੀ ਸੀ। ਉਸਨੇ ਕਿਹਾ, ਇਹ ਭਾਈ ਬ੍ਰਾਨਨ ਨੂੰ ਨਿੱਜੀ ਤੌਰ 'ਤੇ ਦੇਣਾ। ਉਹ ਸਾਡੇ ਜਾਣਕਾਰ ਭਾਈ ਜੋ ਅੱਜ ਰਾਤ ਸੌਂ ਰਹੇ ਹਨ। ਨਹੀਂ, ਸੁੱਤੇ ਨਹੀਂ, ਉਸ ਦੀ ਦੇਹ ਸੁੱਤੀ ਹੈ, ਉਸ ਦਾ ਪ੍ਰਾਣ ਯਿਸੂ ਕੋਲ ਹੈ। ਡਾਕਟਰ ਅਲੈਗਜ਼ੈਂਡਰ ਡੋਵੀ ਦੀ ਵਾਕਫ ਸੀ, ਅਤੇ 40 ਸਾਲ ਪਹਿਲਾਂ ਜਦ ਉਹ ਮਰਿਆ ਉਸਨੇ ਭਵਿੱਖਬਾਣੀ ਕੀਤੀ ਸੀ। ਉਸ ਔਰਤ ਨੇ ਕਿਹਾ, ਉਸਨੇ ਕਿਹਾ, ਮੇਰੀ ਮੌਤ ਤੋਂ 40 ਸਾਲ ਬਾਅਦ ਇਹ ਸ਼ਹਿਰ ਬਿਪਤਾ ਵਿੱਚ ਜਾਵੇਗਾ, ਪਰ 40 ਸਾਲ ਬਾਅਦ ਇੱਕ ਬੇਦਾਰੀ ਆਵੇਗੀ ਜੋ ਪਹਿਲਾਂ ਨਾਲੋਂ ਵੱਧ ਸ਼ਾਨਦਾਰ ਹੋਵੇਗੀ। ਅਤੇ ਮੇਰੇ ਕੋਲ ਇੱਥੇ ਇਸ ਦੀ ਲਿਖਤ ਹੈ। ਹੋ ਸਕਦਾ ਹੈ ਮੈਂ ਇਸ ਦੇ ਹਿੱਸੇ ਨੂੰ ਪੜ੍ਹਾਂ। ਇਹ ਇੱਕ ਤਰ੍ਹਾਂ ਡਾਕਟਰ ਡੋਵੀ ਨੇ ਭਵਿੱਖਬਾਣੀ ਕੀਤੀ ਸੀ ਕਿ ਉਸ ਦੀ ਮੌਤ ਤੋਂ 40 ਸਾਲ ਬਾਅਦ ਕਲੀਸਿਆਵਾਂ ਦੁਬਾਰਾ ਪਹਿਲਾਂ ਨਾਲੋਂ ਵੱਧ ਸਾਮਰਥ ਅਤੇ ਮਹਿਮਾ ਵਿੱਚ ਬਹਾਲ ਹੋਣਗੀਆਂ। ਉਸਨੇ ਕਿਹਾ, ਇਸ ਸਮੇਂ ਦੌਰਾਨ ਕਲੀਸਿਆਵਾਂ, ਗਿਰਜੇ ਅਤੇ ਸ਼ਹਿਰ ਬਿਪਤਾ ਵਿੱਚ ਜਾਣਗੇ, ਅਤੇ ਸ਼ਾਨਦਾਰ ਸੱਚਾਈਆਂ ਮਿੱਟੀ ਵਿੱਚ ਲਿਤਾੜੀਆਂ ਜਾਣਗੀਆਂ। ਅਤੇ ਕਿਹਾ, 40 ਸਾਲ ਬਾਅਦ ਇੱਕ ਬੇਦਾਰੀ ਆਵੇਗੀ ਜੋ ਸ਼ਹਿਰ ਨੂੰ ਪਹਿਲਾਂ ਤੋਂ ਵੀ ਵੱਧ ਮਹਿਮਾਮਈ ਬਣਾ ਦੇਵੇਗੀ। ਹੁਣ ਮੈਂ ਵਿਸ਼ਵਾਸ ਕਰਦਾ ਹਾਂ ਕਿ ਹੁਣ ਬੇਦਾਰੀ ਦਾ ਆਤਮਾ ਸ਼ਹਿਰ ਵਿੱਚ ਹੈ। ਅਤੇ ਪਿਆਰੇ ਦੋਸਤੋ, ਮੈਂ ਤੁਹਾਨੂੰ ਛੱਡ ਕੇ ਜਾ ਰਿਹਾ ਹਾਂ, ਅਤੇ ਮੈਂ ਨਹੀਂ ਜਾਣਦਾ ਕਿ ਕਦ ਵਾਪਸ ਆਵਾਂਗਾ। ਮੈਂ ਆਸ ਕਰਦਾ ਹਾਂ ਕਿ ਫਿਰ ਕਿਸੇ ਦਿਨ ਤੁਹਾਡੇ ਕੋਲ ਆਵਾਂ, ਪਰ ਮੈਂ ਆਸ ਕਰਦਾ ਹਾਂ, ਮੈਂ ਸੁਣਿਆ ਸੀ, ਮੈਂ ਪਰਮੇਸ਼ਰ 'ਤੇ ਯਕੀਨ ਕਰਦਾ ਹਾਂ ਕਿ ਤੁਹਾਡੇ ਸ਼ਹਿਰ ਵਿੱਚ ਪੁਰਾਣੇ ਢੰਗ ਦੀ ਬੇਦਾਰੀ ਆ ਗਈ ਹੈ। ਇਹ ਹੁਣ ਚਾਲੂ ਹੈ, ਜੇਕਰ ਤੁਸੀਂ ਇਸ ਨੂੰ ਜਾਰੀ ਰਹਿਣ ਦੇਵੋਗੇ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇੱਥੇ ਤੁਹਾਡੇ ਸੰਸਥਾਪਕ ਅਤੇ ਤੁਹਾਡੇ ਪਾਸਟਰ ਇੱਕ ਮਨ ਅਤੇ ਇੱਕ ਚਿੱਤ ਹੋਣਗੇ, ਅਤੇ ਇੱਥੇ ਪੁਰਾਣੇ ਢੰਗ ਦੀ ਬੇਦਾਰੀ ਚਾਲੂ ਕਰਨਗੇ, ਤਾਂ ਕਿ ਲੋਕ ਪੂਰਬ ਤੋਂ ਅਤੇ ਪੱਛਮ ਤੋਂ ਆਉਣਗੇ। ਉਹ ਮੁੜ ਯਾਇਓਨ ਵਿੱਚ ਮਸੀਹ ਦੀ ਮਹਿਮਾਮਈ ਖੁਸ਼ਖਬਰੀ ਲਈ ਆਉਣਗੇ। ਮੈਂ ਵਿਸ਼ਵਾਸ ਕਰਦਾ ਹਾਂ ਕਿ ਅਸੀਂ ਅੰਤ ਸਮੇਂ ਵਿੱਚ ਰਹਿ ਰਹੇ ਹਾਂ। ਹੁਣ ਮੈਂ ਨਹੀਂ ਚਾਹੁੰਦਾ ਕਿ ਤੁਹਾਡੇ ਵਿੱਚੋਂ ਕੋਈ ਜਾਵੇ ਅਤੇ ਕਹੇ, ਭਾਈ ਬ੍ਰਾਨਨ ਨੇ ਕਿਹਾ ਹੈ ਯਿਸੂ ਇਸ ਖਾਸ ਸਮੇਂ ਦੌਰਾਨ ਇੱਥੇ ਆਵੇਗਾ। ਮੈਂ ਨਹੀਂ ਜਾਣਦਾ ਹਾਂ, ਪਰ ਮੈਂ ਵਿਸ਼ਵਾਸ ਕਰਦਾ ਹਾਂ, ਜਿੱਥੇ ਤੱਕ ਮੈਂ ਲਿਖਤਾਂ ਨੂੰ ਜਾਣਦਾ ਹਾਂ, ਜਲਦ ਹੀ ਕੁਝ ਹੋਣ ਵਾਲਾ ਹੈ। ਸੰਸਾਰ ਭਿਆਨਕ ਸਥਿਤੀ ਵਿੱਚ ਹੈ, ਅਤੇ ਕੁਝ ਪਲ ਪਹਿਲਾਂ ਮੈਂ ਵਿਗਿਆਨ ਦੇ ਵਿਸ਼ੇ ਬਾਰੇ ਸੋਚ ਰਿਹਾ ਸੀ, ਅਤੇ ਮੈਂ ਸੋਚ ਰਿਹਾ ਸੀ ਕਿਵੇਂ ਵਿਗਿਆਨ ਨੇ ਕਿਸ ਤਰ੍ਹਾਂ ਉਹ ਸਰੀਰਕ ਮਨੁੱਖ ਨੂੰ ਲੈਂਦੇ ਹਨ, ਅਤੇ ਕਿਵੇਂ ਉਹ ਖੋਜ ਵਿੱਚ ਜਾਂਦੇ ਹਨ ਸਰੀਰਕ ਦੇ ਡਿੱਗਣ ਤੋਂ ਅਤੇ ਹੁਣ ਤੱਕ ਜੋ ਉਹਨਾਂ ਨੇ ਕੀਤਾ ਹੈ, ਅਤੇ ਕਿੰਨੀ ਥੋੜ੍ਹੀ ਆਤਮਿਕ ਮਨੁੱਖ ਨੇ ਪ੍ਰਭੂ ਦੇ ਰਾਜ ਵਿੱਚ ਉੱਨਤੀ ਕੀਤੀ ਹੈ। ਅਤੇ ਮੈਂ ਸੋਚ ਰਿਹਾ ਸੀ, ਸੁਭਾਵਿਕ ਮਨੁੱਖ ਆਪਣੀਆਂ ਅੱਖਾਂ ਤੋਂ ਅਣਡਿੱਠ ਵੱਲ ਗਿਆ ਅਤੇ ਇੱਕ ਅਣੂ ਨੂੰ ਅਸਮਾਨ ਤੋਂ ਹੇਠਾਂ ਖਿੱਚ ਲਿਆਇਆ ਅਤੇ ਉਸ ਅਣੂ ਨੂੰ 2 ਭਾਗਾਂ ਵਿੱਚ ਵੰਡ ਦਿੱਤਾ, ਜਿਸ ਨੇ ਮਨੁੱਖੀ ਜੀਵਨ ਨੂੰ ਤਬਾਹ ਕਰ ਦਿੱਤਾ। ਅਤੇ ਜੇਕਰ ਇੱਕ ਸੁਭਾਵਿਕ ਮਨੁੱਖ ਜੋ ਪਰਮੇਸ਼ਰ ਦੇ ਬਾਰੇ ਕੁਝ ਨਹੀਂ ਜਾਣਦਾ ਅਤੇ ਪਰਮੇਸ਼ਰ ਦੇ ਬਾਰੇ ਕੁਝ ਵੀ ਨਹੀਂ ਜਾਣ ਸਕਦਾ ਜਦ ਤੱਕ ਕਿ ਬਦਲਿਆ ਹੋਇਆ ਨਾ ਹੋਵੇ, ਫਿਰ ਉਸ ਦਾ ਪ੍ਰਾਣ ਅਲੌਕਿਕ ਨਾਲ ਜੀਵਿਤ ਹੋ ਜਾਂਦਾ ਹੈ।
ਜੇਕਰ ਉਹ ਸਰੀਰਕ ਖੇਤਰ ਵਿੱਚ ਇਹ ਕਰ ਸਕਦੇ ਹਨ ਤਾਂ ਕਿੰਨਾ ਵੱਧ ਪਰਮੇਸ਼ਰ ਦੇ ਬੰਦੇ ਨੂੰ ਕਰਨਾ ਚਾਹੀਦਾ ਹੈ। ਮੇਰੇ ਦੋਸਤੋ, ਕਲੀਸਿਆ ਤਾਂ ਬਹੁਤ ਜ਼ਿਆਦਾ ਪਿੱਛੇ ਹੈ। ਆਓ ਪ੍ਰਾਰਥਨਾ ਕਰੀਏ ਕਿ ਪ੍ਰਭੂ ਆਪਣੀ ਕਲੀਸਿਆ ਨੂੰ ਅੱਗੇ ਵਧਾਵੇ। ਸਰੀਰਕ ਮਨੁੱਖ ਸਰੀਰਕ ਸਰੋਤਾਂ ਨਾਲ ਉਹਨਾਂ ਲੋਕਾਂ ਨਾਲੋਂ ਜੋ ਆਪਣੇ ਆਪ ਨੂੰ ਮਸੀਹੀ ਕਹਾਉਂਦੇ ਹਨ ਮਹਾਨ ਨਤੀਜੇ ਲਿਆ ਰਹੇ ਹਨ। ਆਓ ਅਣਡਿੱਠ ਵੱਲ ਵਧੀਏ। ਬਰਕਤਾਂ ਤੁਹਾਡੀਆਂ ਹਨ, ਉਹ ਤੁਹਾਡੇ ਲਈ ਹਨ। ਹੁਣ ਇਹਨਾਂ ਸੰਗਤੀਆਂ ਵਿੱਚ ਮੈਂ ਨਹੀਂ ਚਾਹੁੰਦਾ ਕਿ ਕੋਈ ਗਲਤ ਸੂਚਨਾ ਪ੍ਰਾਪਤ ਕਰੇ। ਮੈਂ ਨਹੀਂ ਲੈ ਰਿਹਾ, ਮੈਂ ਚਿਕਿਤਸਕ ਡਾਕਟਰਾਂ ਦੀ ਜਗ੍ਹਾ ਲੈਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹਾਂ। ਇਹ ਮਾਯੂ ਕਲੀਨਿਕ ਨਹੀਂ ਹੈ, ਇਹ ਪ੍ਰਾਰਥਨਾ ਦਾ ਘਰ ਹੈ। ਜਦ ਚਿਕਿਤਸਕ ਡਾਕਟਰ ਪ੍ਰਭੂ ਨੇ ਉਹਨਾਂ ਨੂੰ ਇੱਥੇ ਰੱਖਿਆ ਹੈ, ਉਹ ਆਪਣਾ ਕੰਮ ਬਖੂਬੀ ਕਰ ਰਹੇ ਹਨ। ਪਰ ਦੋਸਤੋ, ਚਿਕਿਤਸਕ ਡਾਕਟਰ ਤੁਹਾਨੂੰ ਚੰਗਿਆਈ ਦੇਣ ਦਾ ਦਾਅਵਾ ਨਹੀਂ ਕਰਦੇ। ਉਹ ਆਪਰੇਸ਼ਨਾਂ ਅਤੇ ਸਰਜਰੀਆਂ ਅਤੇ ਡਾਕਟਰੀ ਇਲਾਜ ਰਾਹੀਂ ਕੁਦਰਤੀ ਸਹਾਇਤਾ ਦੇਣ ਦਾ ਦਾਅਵਾ ਕਰਦੇ ਹਨ, ਪਰ ਕੁਦਰਤ ਨੇ ਹੀ ਚੰਗਾ ਕਰਨਾ ਹੁੰਦਾ ਹੈ ਅਤੇ ਕੁਦਰਤ ਪਰਮੇਸ਼ਰ ਹੈ। ਪਰਮੇਸ਼ਰ ਕੁਦਰਤ ਹੈ। ਹੁਣ ਇਸੇ ਲਈ ਅਸੀਂ ਡਾਕਟਰਾਂ ਨੂੰ ਸਲਾਮ ਕਰਦੇ ਹਾਂ। ਉਹ ਕਿੰਨੇ ਪ੍ਰਗਤੀਸ਼ੀਲ ਹਨ ਅਤੇ ਕਿਵੇਂ ਉਹ ਉਹਨਾਂ ਖੇਤਰਾਂ ਨੂੰ ਤੋੜ ਕੇ ਅਤੇ ਮਨੁੱਖਤਾ ਦੇ ਇਲਾਜ ਲਈ ਚੀਜ਼ਾਂ ਲੱਭ ਰਹੇ ਹਨ। ਪਰ ਹੁਣ ਸਮਾਂ ਆ ਗਿਆ ਹੈ ਜਦ ਪ੍ਰਤੀਤ ਹੁੰਦਾ ਹੈ ਬਹੁਤ ਵਸਤਾਂ, ਹਰ ਪਾਸੇ ਬਿਮਾਰੀ ਦੇ ਢੇਰ ਲੱਗੇ ਹੋਏ ਹਨ। ਅਤੇ ਮੈਂ ਇੱਥੇ ਇਹ ਵੀ ਬਿਆਨ ਦੇਣਾ ਚਾਹੁੰਦਾ ਹਾਂ, ਇਹਨਾਂ ਚੀਜ਼ਾਂ ਦਾ ਜੋ ਅਸੀਂ ਬਿਮਾਰ ਲਈ ਪ੍ਰਾਰਥਨਾ ਕਰਨ ਦਾ ਦਾਅਵਾ ਕਰਦੇ ਹਾਂ, ਇਹਨਾਂ ਵਿੱਚੋਂ ਇੱਕ ਵੀ ਚੀਜ਼ ਦਾ ਮੈਂ ਆਪਣੇ ਆਪ ਤੋਂ ਕਰਨ ਦਾ ਦਾਅਵਾ ਨਹੀਂ ਕਰਦਾ ਹਾਂ। ਮੇਰੇ ਅੰਦਰ ਕੁਝ ਵੀ ਕਰਨ ਦੀ ਕੋਈ ਸਾਮਰਥ ਨਹੀਂ ਹੈ। ਮੈਂ ਸਿਰਫ ਇੱਕ ਮਨੁੱਖ ਹਾਂ, ਘੱਟ ਗਿਆਨਵਾਨ, ਵਿਦਿਆਹੀਨ, ਪਰ ਮੈਂ ਇਹਦਾ ਯਕੀਨੀ ਹਾਂ ਕਿ ਮੇਰੀ ਗਵਾਹੀ ਸੱਚੀ ਹੈ ਕਿ ਇੱਕ ਅਲੌਕਿਕ ਪ੍ਰਾਣੀ ਸੱਚਮੁੱਚ ਮੇਰੇ ਕੋਲ ਆਇਆ ਅਤੇ ਇਹ ਬਿਆਨ ਦਿੱਤੇ ਅਤੇ ਮੈਂ ਸਵਰਗੀ ਦਰਸ਼ਨ ਤੋਂ ਬੇਮੁਖ ਨਾ ਹੋਇਆ। ਮੈਂ ਇਸ ਨੂੰ ਆਪਣੀ ਸਮਝ ਦੇ ਸਭ ਤੋਂ ਵਧੀਆ ਢੰਗ ਅਨੁਸਾਰ ਕੀਤਾ ਹੈ ਅਤੇ ਹਰੇਕ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੱਕ ਨਾਮੁਨਾਸਿਬ ਅਤੇ ਅਨਪੜ੍ਹ ਹੋਣ ਦੇ ਨਾਤੇ ਮੇਰੇ ਕੋਲ ਕੁਝ ਨਹੀਂ ਹੈ ਜੋ ਮੈਂ ਲੋਕਾਂ ਅੱਗੇ ਪੇਸ਼ ਕਰ ਸਕਾਂ। ਕੋਈ ਵਿਦਿਆ ਨਹੀਂ, ਮੈਂ ਪ੍ਰਚਾਰਕ ਨਹੀਂ ਹਾਂ, ਮੇਰੇ ਕੋਲ ਤਾਂ ਲੋਕਾਂ ਨੂੰ ਦੇਣ ਲਈ ਸ਼ਖਸੀਅਤ ਵੀ ਨਹੀਂ ਹੈ। ਅਤੇ ਇਹ ਵੇਖਦੇ ਹਾਂ ਕਿ ਜਦ ਤੋਂ ਇਹ ਬੋਲਿਆ ਗਿਆ ਹੈ, ਇਸ ਨੇ ਆਕਾਸ਼ ਹੇਠਾਂ ਹਰ ਦੇਸ਼ ਨੂੰ ਪ੍ਰਭਾਵਿਤ ਕੀਤਾ ਹੈ। 7 ਮਈ ਨੂੰ 3 ਸਾਲ ਹੋ ਜਾਣਗੇ। ਇਸੇ ਲਈ ਇਹ ਵਿਖਾਉਂਦਾ ਹੈ ਕਿ ਕੋਈ ਅਲੌਕਿਕ ਸਾਮਰਥ ਹੈ ਜੋ ਇਹਨਾਂ ਕੰਮਾਂ ਨਾਲ ਚੱਲ ਰਹੀ ਹੈ। ਅਤੇ ਹਰੇਕ ਰਾਤ ਮੈਂ ਇਸ ਦਾ ਵਿਸ਼ਵਾਸ ਕਰਦਾ ਹਾਂ ਕਿ ਜੇਕਰ ਮਨੁੱਖ ਆਲੋਚਨਾ ਕਰਨ ਵਾਲਾ ਨਾ ਹੋਣਾ ਚਾਹੁੰਦਾ ਹੋਵੇ ਤਾਂ ਉਹ ਵੇਖੇਗਾ ਕਿ ਇੱਥੇ ਪਲੇਟਫਾਰਮ 'ਤੇ ਮਨੁੱਖੀ ਯਤਨਾਂ ਤੋਂ ਇਲਾਵਾ ਵੀ ਕੁਝ ਹੈ। ਅਤੇ ਇਸ ਦਾ ਨਿਰਣੇ ਲੈਣ ਲਈ ਮੈਂ ਇਸ ਨੂੰ ਪੂਰੀ ਤਰ੍ਹਾਂ ਸਰੋਤਿਆਂ 'ਤੇ ਛੱਡਦਾ ਹਾਂ। ਜੇਕਰ ਤੁਸੀਂ ਇਹ ਗੱਲਾਂ ਨਹੀਂ ਸਮਝਦੇ, ਮੈਂ ਇਸ ਦੀ ਆਲੋਚਨਾ ਨਹੀਂ ਕਰਾਂਗਾ। ਜੇਕਰ ਤੁਸੀਂ ਇਸ ਦੀ ਆਲੋਚਨਾ ਕਰੋਗੇ, ਮੈਂ ਚੁੱਪ ਰਹਾਂਗਾ। ਜੇਕਰ ਮੈਂ ਵਾਕਈ ਅਲੌਕਿਕ ਨੂੰ ਕੰਮ ਕਰਦੇ ਵੇਖਣ ਪਰ ਵਿਸ਼ਵਾਸ ਹੀ ਨਾ ਕਰਨ, ਤਾਂ ਮੈਂ ਫਿਰ ਬਸ ਚੁੱਪ ਰਹਾਂਗਾ ਅਤੇ ਸਰਵਸ਼ਕਤੀਮਾਨ ਨਾਲ ਆਪਣੇ ਲੇਖੇ ਨੂੰ ਸਾਫ਼ ਰੱਖਾਂਗਾ। ਕੀ ਤੁਸੀਂ ਨਹੀਂ ਰੱਖੋਗੇ? ਅਤੇ ਕਿਉਂਕਿ ਯਾਦ ਰੱਖੋ, ਜੇਕਰ ਤੁਸੀਂ ਇੱਥੇ ਵੱਖ-ਵੱਖ ਕਲੀਸਿਆਵਾਂ ਤੋਂ ਹੋ, ਕੋਈ ਸ਼ੱਕ ਨਹੀਂ ਤੁਸੀਂ ਹੋ। ਕਈ ਤਾਂ ਉਹਨਾਂ ਵਿੱਚੋਂ ਸਵਰਗੀ ਹਜ਼ੂਰੀ 'ਤੇ ਵੀ ਵਿਸ਼ਵਾਸ ਨਹੀਂ ਕਰਦੇ। ਟੇਪ 'ਤੇ ਖਾਲੀ ਥਾਂ ਸੰਪਾਦਕ ਕਦੇ ਮੁਆਫ਼ ਨਹੀਂ ਕੀਤੇ ਜਾਣਗੇ। ਅਤੇ ਮਸੀਹੀ ਦੋਸਤੋ ਅਤੇ ਪਾਪੀ ਦੋਸਤੋ, ਤੁਸੀਂ ਵੀ ਵਕੀਲੋ, ਡਾਕਟਰੋ, ਤੁਸੀਂ ਜੋ ਕੋਈ ਵੀ ਹੋ, ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਰੱਬੀ ਚੰਗਿਆਈ ਦੇ ਨਾਮ 'ਤੇ ਬਹੁਤ ਸਾਰੀ ਨਕਲ ਵੀ ਹੋ ਰਹੀ ਹੈ। ਧਰਮ ਦੇ ਹਰੇਕ ਪੜਾਅ ਵਿੱਚ ਇਸ ਦੀ ਬਹੁਤ ਨਕਲ ਹੋ ਰਹੀ ਹੈ। ਪਰ ਇੱਥੇ ਅਸਲੀ ਪਵਿੱਤਰ ਆਤਮਾ ਦੀ ਸਾਮਰਥ ਹੈ ਜੋ ਇਨਸਾਨ ਨੂੰ ਪਾਪ ਦੀ ਗੁਲਾਮੀ ਤੋਂ ਆਜ਼ਾਦ ਕਰਦੀ ਹੈ। ਇੱਥੇ ਪਵਿੱਤਰ ਆਤਮਾ ਦੀ ਅਸਲੀ ਸਾਮਰਥ ਹੈ ਜੋ ਦੁਖਿਆਰ ਨੂੰ ਦੁੱਖ ਤੋਂ ਆਜ਼ਾਦ ਕਰਦੀ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿਸ ਤਰ੍ਹਾਂ ਪਾਦਰੀ ਕਹਿ ਸਕਦੇ ਅਤੇ ਰੱਬੀ ਚੰਗਿਆਈ ਨੂੰ ਪ੍ਰਾਸ਼ਚਿਤ ਵਿੱਚ ਸ਼ਾਮਿਲ ਕੀਤੇ ਬਿਨਾਂ ਖੁਸ਼ਖਬਰੀ ਦਾ ਪ੍ਰਚਾਰ ਕਰ ਸਕਦੇ ਹਨ, ਕਿਉਂਕਿ ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ ਅਤੇ ਉਸ ਦੇ ਕੋੜੇ ਖਾਣ ਤੋਂ ਅਸੀਂ ਨਿਰੋਏ ਕੀਤੇ ਗਏ। ਜੇਕਰ ਤੁਸੀਂ ਇਸ ਵਿੱਚੋਂ ਇੱਕ ਵੀ ਹਟਾ ਦਿੰਦੇ ਹੋ, ਇਹ ਉਸੇ ਦਿਨ ਉਸੇ ਮਨੁੱਖ ਦਾ ਉਹੀ ਲਹੂ ਸੀ। ਕੀ ਇਹ ਸਹੀ ਹੈ? ਇਹ ਵਿਸ਼ਵਾਸ ਦਾ ਕੰਮ ਹੈ ਜੋ ਤੁਹਾਨੂੰ ਸ਼ਿਫਾ ਦਿੰਦਾ ਹੈ। ਇਹੋ ਤੁਹਾਡਾ ਮਾਲਕ ਯਿਸੂ ਮਸੀਹ ਹੈ। ਕਿਸੇ ਦਿਨ ਹਰ ਇੱਕ ਗੋਡਾ ਜੋ ਇੱਥੇ ਹੈ
ਉਸ ਦੇ ਅੱਗੇ ਝੁਕੇਗਾ ਅਤੇ ਹਰ ਇੱਕ ਗੱਲ ਦਾ ਲੇਖਾ ਦੇਵੇਗਾ। ਕੀ ਇਹ ਠੀਕ ਹੈ? ਉਸਨੇ ਹੀ ਇਹ ਬਿਆਨ ਦਿੱਤਾ ਹੈ, ਇਹ ਹੈ ਜੇ ਤੁਸੀਂ ਵਿਸ਼ਵਾਸ ਕਰ ਸਕੋ। ਇਹ ਵਿਸ਼ਵਾਸ ਦਾ ਹੀ ਕੰਮ ਹੈ। ਛੁਟਕਾਰੇ ਲਈ ਵਿਸ਼ਵਾਸ ਦਾ ਕੰਮ ਇੱਕ ਵੇਸ਼ਵਾ ਨੂੰ ਭਲੀ ਔਰਤ ਅਤੇ ਇੱਕ ਸ਼ਰਾਬੀ ਨੂੰ ਭੱਦਰ ਪੁਰਸ਼ ਵਿੱਚ ਤਬਦੀਲ ਕਰ ਸਕਦਾ ਹੈ। ਕੀ ਇਹ ਸਹੀ ਨਹੀਂ ਹੈ? ਉਸਨੂੰ, ਇਹ ਕੈਂਸਰ ਦੇ ਖਾਧੇ ਹੋਏ ਵਿਅਕਤੀ ਨੂੰ, ਜਦ ਇੱਕ ਪਿਆਰੇ ਡਾਕਟਰ ਨੇ ਜੋ ਕਰ ਸਕਦਾ ਹੈ ਸਭ ਕੁਝ ਕਰ ਲਿਆ ਹੋਵੇ ਅਤੇ ਰੇਡੀਅਮ ਧਾਤ ਨਾਲ ਸਾੜ ਦਿੱਤਾ ਹੋਵੇ ਅਤੇ ਐਕਸਰੇ ਅਤੇ ਸਭ ਕੁਝ ਕਰ ਲਿਆ ਹੋਵੇ, ਇਹ ਉਸ ਵਿਅਕਤੀ ਨੂੰ ਦੁਬਾਰਾ ਤੰਦਰੁਸਤ ਸਿਹਤ ਦੇ ਦੇਵੇਗਾ। ਪਿਆਰੇ ਦੋਸਤੋ, ਪਰਮੇਸ਼ਰ ਮੇਰਾ ਨਿਆਈ ਹੈ, ਜਿਸ ਦੇ ਸਨਮੁਖ ਮੈਂ ਖੜਾ ਹਾਂ। ਉਹ ਜਾਣਦਾ ਹੈ ਕਿ ਇਹ ਸੱਚਾ ਬਿਆਨ ਹੈ ਅਤੇ ਉਹਨਾਂ ਵਿੱਚੋਂ ਸੈਂਕੜੇ ਇਹ ਸੱਚ ਹੈ। ਇਸ ਲਈ ਜੇਕਰ ਤੁਸੀਂ ਇਸ ਦਾ ਵਿਸ਼ਵਾਸ ਨਹੀਂ ਕਰਦੇ, ਮੈਂ ਕਿਸੇ ਚੀਜ਼ ਦੀ ਜੋ ਮਨੁੱਖਤਾ ਦੀ ਸਹਾਇਤਾ ਲਈ ਹੋਵੇ ਨਿੰਦਾ ਨਹੀਂ ਕਰਾਂਗਾ। ਕੀ ਤੁਸੀਂ ਕਰੋਗੇ? ਹੁਣ ਨਹੀਂ। ਇਹ ਤੁਹਾਡੇ ਅਤੇ ਮੇਰੇ ਵਿਚਕਾਰ ਕੋਈ ਆਰਥਿਕ ਮਾਮਲਾ ਨਹੀਂ ਹੈ ਅਤੇ ਤੁਸੀਂ ਇਹ ਸਭ ਜਾਣਦੇ ਹੋ। ਤੁਸੀਂ ਮੇਰੇ ਘਰ ਨੂੰ ਜਾਣਦੇ ਹੋ ਜਾਂ ਤੁਸੀਂ ਸਾਡੇ ਪਿੱਛੋਂ ਕਿਤੇ ਵੀ ਜਾ ਕੇ ਪੜਤਾਲ ਕਰ ਸਕਦੇ ਹੋ ਜਦ ਵੀ ਤੁਸੀਂ ਚਾਹੋ। ਇਹ ਨਹੀਂ ਹੈ। ਜਦ ਮੈਂ ਇੱਕ ਸੇਵਕ ਸੀ, ਆਪਣੀ ਕਲੀਸਿਆ ਵਿੱਚ 12 ਸਾਲ ਤੱਕ ਇੱਕ ਬੈਪਟਿਸਟ ਪਾਦਰੀ ਰਿਹਾ, ਮੈਂ ਕਦੀ ਵੀ ਤਨਖਾਹ ਦੀ ਇੱਕ ਲਾਲ ਪੈਨੀ, ਇੱਕ ਸਿੱਕਾ ਤੱਕ ਵੀ ਨਹੀਂ ਲਿਆ। ਮੈਂ ਇੱਕ ਵਾਰ ਤੋਂ ਇਲਾਵਾ ਕਦੀ ਵੀ ਆਪਣੇ ਪੂਰੇ ਜੀਵਨ ਵਿੱਚ ਦਾਨ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਉਦੋਂ ਸੀ ਜਦ ਮੈਂ ਇਸ ਦੇ ਖਿਲਾਫ ਉੱਠਿਆ ਅਤੇ ਜਾ ਰਿਹਾ ਸੀ। ਮੇਰੇ ਕੋਲ ਸੀ, ਮੈਂ ਬਸ ਪੂਰਾ ਨਹੀਂ ਕਰ ਸਕਿਆ ਅਤੇ ਮੈਂ ਆਪਣੀ ਪਤਨੀ ਨੂੰ ਕਿਹਾ, ਮੈਂ ਦਾਨ ਲੈਣ ਲਈ ਕਲੀਸਿਆ ਵਿੱਚ ਆਪਣੀ ਟੋਪੀ ਘੁਮਾਉਣ ਜਾ ਰਿਹਾ ਹਾਂ। ਜਦ ਮੈਂ ਛੋਟੀ ਗਰੀਬ ਔਰਤ ਵੱਲ ਦੇਖਿਆ, ਉਹ ਮੇਰੇ ਤੋਂ ਕੋਈ 4 ਜਾਂ 5 ਕਤਾਰ ਦੂਰ ਸੀ। ਉਸ ਦੇ ਕੋਲ ਬਟੂਆ ਸੀ ਅਤੇ ਪੈਨੀਆਂ ਅਤੇ 5 ਪੈਨੀ ਦੇ ਸਿੱਕਿਆਂ ਨਾਲ ਉੱਥੇ ਖੇਡਣ ਲੱਗ ਪਈ। ਉਸ ਦੇ ਹਿਰਦੇ ਨੂੰ ਬਰਕਤ ਦੇਵੇ। ਉਹ ਮੈਨੂੰ ਸਭ ਕੁਝ ਦੇ ਸਕਦੀ ਸੀ ਜੋ ਉਸ ਦੇ ਕੋਲ ਸੀ। ਮੈਂ ਉਸ ਵੇਲੇ ਸਰੋਤਿਆਂ ਨੂੰ ਕਿਹਾ, ਮੈਂ ਮਜ਼ਾਕ ਕਰ ਰਿਹਾ ਹਾਂ, ਮੇਰਾ ਇਹ ਮਤਲਬ ਨਹੀਂ ਸੀ। ਦੇਖਿਆ, ਕਿਉਂਕਿ ਮੈਂ ਦੋਸ਼ੀ ਮਹਿਸੂਸ ਕੀਤਾ ਕਿ ਮੈਂ ਗਰੀਬ ਬਜ਼ੁਰਗ ਮਾਂ ਦਾ ਪੈਸਾ ਲਿਆ ਹੈ। ਇੱਥੇ ਵੀ ਬੇਸ਼ੱਕ ਮੈਨੂੰ ਪੈਸਿਆਂ ਦੀ ਮੋਟੀ ਰਕਮ ਦੀ ਪੇਸ਼ਕਸ਼ ਕੀਤੀ ਗਈ। ਬਹੁਤ ਦੇਰ ਨਹੀਂ ਹੋਈ, ਕੈਲੀਫੋਰਨੀਆ ਵਿੱਚ ਕੁਝ ਅਰਮੇਨੀਅਨ ਲੋਕਾਂ ਨੇ ਆਪਣੇ ਸਭ ਸ਼ਰਾਬ ਦੇ ਕਾਰਖਾਨੇ ਅਤੇ ਸਭ ਚੀਜ਼ਾਂ ਵੇਚ ਦਿੱਤੀਆਂ। ਮੈਨੂੰ ਇੱਕ ਚੈੱਕ ਭੇਜਿਆ ਜਿਸ ਦੀ ਰਕਮ ਲੱਖਾਂ ਡਾਲਰਾਂ ਤੋਂ ਵੀ ਵੱਧ ਸੀ ਅਤੇ ਮੈਂ ਉਸ ਚੈੱਕ ਦੇ ਉੱਪਰ ਆਪਣੇ ਹੱਥ ਤੱਕ ਵੀ ਨਹੀਂ ਰੱਖੇ। ਮੈਂ ਉਹ ਚੈੱਕ ਉਹਨਾਂ ਨੂੰ ਵਾਪਸ ਭੇਜ ਦਿੱਤਾ। ਮੈਂ ਇਸ ਦੀ ਬਜਾਏ ਗਰੀਬ ਹੋਣਾ ਅਤੇ ਝੁੱਗੀ ਵਿੱਚ ਰਹਿਣਾ ਅਤੇ ਪਸੰਦ ਕਰਾਂਗਾ ਕਿ ਪਰਮੇਸ਼ਰ ਮੇਰੇ ਪੱਖ ਵਿੱਚ ਹੋਵੇ ਅਤੇ ਉਸ ਤਸੱਲੀ ਦਾ ਅਹਿਸਾਸ ਹੋਣਾ ਕਿ ਮੈਂ ਉਸ ਨੂੰ ਸੰਸਾਰ ਦੀ ਸਭ ਦੌਲਤ ਤੋਂ ਵੱਧ ਪਿਆਰ ਕਰਦਾ ਹਾਂ। ਅਤੇ ਜਦ ਉਹਨਾਂ ਵਿੱਚੋਂ ਇੱਕ ਭੈਂਗੀਆਂ ਅੱਖਾਂ ਵਾਲਾ ਬੱਚਾ ਅਤੇ ਉਹਨਾਂ ਦੀਆਂ ਅੱਖਾਂ ਠੀਕ ਹੋ ਗਈਆਂ, ਉਹ ਗਰੀਬ ਬਜ਼ੁਰਗ ਮਾਂ ਅਪਾਹਜ ਸੀ, ਉਸ ਦਾ ਚੰਗਾ ਹੋਣਾ, ਇਹ ਮੇਰੇ ਲਈ ਸੰਸਾਰ ਦੀ ਸਾਰੀ ਦੌਲਤ ਤੋਂ ਵੱਧ ਮਾਇਨੇ ਰੱਖਦਾ ਹੈ ਅਤੇ ਇਹਦਾ ਕੋਈ ਮੁੱਲ ਨਹੀਂ ਹੈ। ਇਹ ਪੂਰੇ ਤੌਰ 'ਤੇ ਮੁਫਤ ਹੈ। ਮੇਰੇ ਕਰਨ ਲਈ ਕੁਝ ਨਹੀਂ ਹੈ। ਮੈਂ ਤਾਂ ਬਸ ਆਪਣੇ ਸਰੀਰ ਨੂੰ ਇੱਕ ਯੰਤਰ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿ ਦੂਜੇ ਲੋਕਾਂ ਦੀ ਮਦਦ ਕਰਾਂ। ਮੈਂ ਚਾਹੁੰਦਾ ਹਾਂ, ਮੇਰਾ ਸਦਾ ਇਹੀ ਰਵੱਈਆ ਰਿਹਾ ਹੈ ਅਤੇ ਮੈਂ ਇਸ ਜਗਤ ਤੋਂ ਇਹੀ ਰਵੱਈਏ ਨੂੰ ਲੈ ਕੇ ਜਾਣਾ ਚਾਹੁੰਦਾ ਹਾਂ, ਇਹ ਜਾਣਦੇ ਹੋਏ ਕਿ ਕਿਸੇ ਦਿਨ ਪ੍ਰਤੀਫਲ ਪ੍ਰਾਪਤ ਕਰਾਂਗਾ ਜੇਕਰ ਮੈਂ ਸਿਰਫ ਉਸ ਘੜੀ ਤੱਕ ਵਫਾਦਾਰ ਰਹਿ ਸਕਾਂ ਜਦ ਪ੍ਰਤੀਫਲ ਵੰਡੇ ਜਾਣਗੇ। ਕਿਸੇ ਦਿਨ ਮੈਂ ਹਰ ਇੱਕ ਨੂੰ ਉੱਥੇ ਵਧੀਆ ਜਹਾਨ ਵਿੱਚ ਮਿਲਣ ਦਾ ਭਰੋਸਾ ਕਰਦਾ ਹਾਂ ਜਿੱਥੇ ਕੋਈ ਬਿਮਾਰੀ, ਸੋਗ ਜਾਂ ਦਿਲ ਦਾ ਦਰਦ ਜਾਂ ਨਿਰਾਸ਼ਾ ਨਹੀਂ ਹੋਵੇਗੀ। ਮੈਂ ਨਿਸ਼ਚਾ ਕਰਦਾ ਹਾਂ ਕਿ ਜਦ ਮਹਾਨ ਵਿਆਹ ਦਾ ਭੋਜ ਸਵਰਗ ਵਿੱਚ ਹੋਵੇਗਾ, ਮੈਂ ਨਿਸ਼ਚਾ ਕਰਦਾ ਹਾਂ ਕਿ ਜੋ ਅੱਜ ਰਾਤ ਇਸ ਭਵਨ ਵਿੱਚ ਹਨ, ਹਰ ਕੋਈ ਉੱਥੇ ਆਪਣੀ ਅੰਸ਼ ਨਾਲ ਮੌਜੂਦ ਹੋਵੇਗਾ। ਮੈਂ ਵੀ ਉੱਥੇ ਹਾਜ਼ਰ ਹੋਣਾ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ, ਮੈਂ ਜਾਣਦਾ ਹਾਂ ਮੇਰੀ ਛੋਟੀ ਬੇਟੀ ਅਤੇ ਮੇਰੀ ਪਿਆਰੀ ਪਤਨੀ ਉੱਥੇ ਪਰਦੇ ਦੇ ਪਿੱਛੇ ਹਨ ਅਤੇ ਮੇਰੇ 2 ਬੱਚੇ ਘਰ ਵਿੱਚ ਹਨ। ਮੈਂ ਉਹਨਾਂ ਨੂੰ ਵੀ ਉੱਥੇ ਚਾਹੁੰਦਾ ਹਾਂ। ਕੱਲ੍ਹ ਸ਼ਾਮ ਮੈਂ ਹੈਰਾਨ ਹਾਂ ਕਿੰਨੇ ਮੌਜੂਦ ਹਨ। ਉਸ ਔਰਤ ਬਾਰੇ ਜੋ ਇੱਥੇ ਬੈਠੀ ਹੈ, ਉਹ ਮੰਚ ਦੇ ਕੋਲ ਆ ਰਹੀ ਸੀ। ਉਸ ਦਾ ਛੋਟਾ ਬੱਚਾ ਸੀ ਜਿਸ ਦੀਆਂ ਸਰੀਰਕ ਤੌਰ 'ਤੇ ਭੈਂਗੀਆਂ ਅੱਖਾਂ ਸਨ।
ਕਦੇ ਅਸੀਂ ਉਸ ਕਤਾਰ ਦੇ ਬਾਰੇ ਹੈਰਾਨ ਹੁੰਦੇ ਹਾਂ। ਕੀ ਤੁਹਾਨੂੰ ਸਭ ਨੂੰ ਯਾਦ ਹੈ, ਪਹਿਲੀ ਸੰਗਤੀ ਵਿੱਚ ਕੋਈ ਚਮਤਕਾਰ ਨਹੀਂ ਹੋਇਆ ਸੀ। ਉਹਨਾਂ ਵਿੱਚੋਂ ਬਹੁਤ ਸਾਰੇ ਜੋ ਹੁਣ ਯਾਦ ਰੱਖੋ, ਮੈਂ ਇਹ ਨਹੀਂ ਕਹਿੰਦਾ ਕਿ ਮੈਂ ਚਮਤਕਾਰ ਕਰਨ ਵਾਲਾ ਹਾਂ, ਮੈਂ ਨਹੀਂ ਹਾਂ ਦੋਸਤੋ। ਇਹ ਤਾਂ ਸਿਰਫ ਇੱਕ ਵਰਦਾਨ ਹੈ ਜੋ ਬਿਮਾਰੀਆਂ ਨੂੰ ਜਾਂਚ ਲੈਂਦਾ ਹੈ, ਬਸ ਇਹੀ ਹੈ। ਇਹ ਤੁਹਾਡਾ ਵਿਸ਼ਵਾਸ ਹੈ ਜੋ ਚਮਤਕਾਰ ਕਰਦਾ ਹੈ। ਨਹੀਂ, ਦੇਖੋ, ਤੁਹਾਡਾ ਵਿਸ਼ਵਾਸ ਉਸ ਵਿੱਚ ਜੋ ਮੈਂ ਕਹਿੰਦਾ ਹਾਂ ਚਮਤਕਾਰ ਲਿਆਉਂਦਾ ਹੈ। ਇਹ ਔਰਤ ਇੱਥੇ ਛੋਟੇ ਬੱਚੇ ਨੂੰ ਲਿਆਈ ਅਤੇ ਉਸਨੇ ਕਿਹਾ, ਇਹ ਛੋਟਾ ਜਿਹਾ ਜਿਸ ਦੀਆਂ ਇੱਥੇ ਭੈਂਗੀਆਂ ਅੱਖਾਂ ਸਨ, ਮੈਂ ਆਪਣੇ ਹੱਥ ਉਸ 'ਤੇ ਰੱਖੇ ਅਤੇ ਪ੍ਰਭੂ ਨੂੰ ਕਿਹਾ, ਇਸ ਨੂੰ ਬਰਕਤ ਦੇ। ਅਤੇ ਉਸ ਔਰਤ ਨੇ ਕਿਹਾ, ਭਾਈ ਬ੍ਰਾਨਮ, ਬਸ ਕੁਝ ਪਲਾਂ ਲਈ ਬੱਚੇ ਨੂੰ ਫੜ ਲਓ। ਦੋਸਤੋ, ਇਹੀ ਹੈ ਜੋ ਇਹ ਹੈ। ਇਸ ਅਚਰਜ ਕੰਮਾਂ ਵਾਲੀ ਕਤਾਰ ਵਿੱਚ ਜੋ ਕੁਝ ਵੀ ਹੁੰਦਾ ਹੈ, ਜਿਸ ਬਾਰੇ ਮੈਂ ਜਾਣਦਾ ਹਾਂ, ਮੈਂ ਇਹਨਾਂ ਨੂੰ ਘਟਣ ਤੋਂ ਪਹਿਲਾਂ ਹੀ ਵੇਖ ਲੈਂਦਾ ਹਾਂ। ਤੁਹਾਡੇ ਵਿੱਚੋਂ ਕਿੰਨਿਆਂ ਨੂੰ ਯਾਦ ਹੈ ਜਦ ਮੈਂ ਤੁਹਾਨੂੰ ਇਹ ਦੱਸਦਾ ਹਾਂ? ਮੇਰੇ ਹੋਟਲ ਦੇ ਕਮਰੇ ਵਿੱਚ ਜਦ ਮੈਂ ਪ੍ਰਾਰਥਨਾ ਵਿੱਚ ਸੀ, ਮੈਂ ਆਪਣੇ ਮੈਨੇਜਰ ਨੂੰ ਇੱਥੇ ਭੇਜਿਆ। ਕਿਸੇ ਨੂੰ ਨਹੀਂ ਜਾਣਦਾ ਸੀ, ਉੱਥੇ ਜਾ ਅਤੇ ਤੂੰ ਉੱਥੇ ਇੱਕ ਔਰਤ ਨੂੰ ਇਸ ਹਾਲਤ ਵਿੱਚ ਪਾਵੇਂਗਾ। ਤੂੰ ਉੱਥੇ ਇੱਕ ਆਦਮੀ ਨੂੰ ਪਾਵੇਂਗਾ ਜੋ ਇਸ ਤਰ੍ਹਾਂ ਵੇਖ ਰਿਹਾ ਹੋਵੇਗਾ ਅਤੇ ਇਹ ਬੱਚਾ ਇਸ ਤਰ੍ਹਾਂ, ਹੋ ਸਕਦਾ ਹੈ ਉੱਥੇ ਦਰਜਨਾਂ ਉਸ ਤਰ੍ਹਾਂ ਦੇ ਹੋਣ, ਪਰ ਉਸਨੇ ਇਹ ਕੱਪੜੇ ਪਾਏ ਹਨ। ਮੈਂ ਇਸ ਨੂੰ ਪਹਿਲਾਂ ਹੀ ਵੇਖ ਲੈਂਦਾ ਹਾਂ। ਇਹ ਮੇਰੇ 'ਤੇ ਪਹਿਲਾਂ ਹੀ ਪ੍ਰਗਟ ਕਰ ਦਿੱਤਾ ਜਾਂਦਾ ਹੈ। ਅਤੇ ਫਿਰ ਜਦ ਉਹ ਮੰਚ ਵੱਲ ਲੋਕਾਂ ਦੀ ਕਤਾਰ ਬਣਾਉਂਦੇ ਹਨ ਅਤੇ ਮੈਂ ਇਸ ਨੂੰ ਆਪਣੇ ਜੀਵਨ ਵਿੱਚ ਕਦੀ ਵੀ ਅਸਫਲ ਹੁੰਦੇ ਨਹੀਂ ਦੇਖਿਆ। ਇਹ ਸਹੀ ਹੈ। ਅਤੇ ਉੱਥੇ A ਕਾਰਡ ਅਤੇ C ਕਾਰਡ ਅਤੇ ਇਸੇ ਤਰ੍ਹਾਂ ਹੀ ਦਿੱਤੇ ਜਾਂਦੇ ਹਨ। ਹੁਣ ਤੁਹਾਡੇ ਵਿੱਚੋਂ ਜੋ ਕਹਿੰਦੇ ਹਨ ਕਿ ਇਹ ਲਿਖਤਾਂ ਦੇ ਅਨੁਸਾਰ ਹੈ, ਠੀਕ ਹੈ। ਸੰਤ ਯਹੂਨਾ 5 ਬਾਬ। ਯਿਸੂ ਪਰਮੇਸ਼ਰ ਦਾ ਪੁੱਤਰ ਬੇਤ ਜਥਾ ਦੇ ਤਲਾਅ ਕੋਲੋਂ ਲੰਘ ਰਿਹਾ ਸੀ, ਜਿੱਥੇ ਲੋਕਾਂ ਦੀ ਵੱਡੀ ਭੀੜ ਸੀ ਜੋ ਦੁਖੀ, ਲੰਗੜੇ, ਅੰਨ੍ਹੇ ਸਨ। ਕੀ ਤੁਹਾਨੂੰ ਇਹ ਕਹਾਣੀ ਯਾਦ ਹੈ? ਅਤੇ ਉੱਥੇ ਇੱਕ ਵਿਅਕਤੀ ਸੀ ਜੋ ਬਿਮਾਰ ਸੀ, ਲੰਗੜਾ ਜਾਂ ਅੰਨਾ ਨਹੀਂ ਸੀ। ਉਸ ਨੂੰ ਬਿਮਾਰੀ 38 ਸਾਲਾਂ ਤੋਂ ਸੀ। ਯਿਸੂ ਉੱਥੇ ਗਿਆ ਅਤੇ ਉਸ ਵਿਅਕਤੀ ਨੂੰ ਚੰਗਾ ਕੀਤਾ। ਸੰਤ ਯਹੂਨਾ 5 ਉਸੇ ਬਾਬ ਦੀ 19 ਆਇਤ ਵਿੱਚ ਇੱਥੇ ਉਸਨੇ ਕੀ, ਜਦ ਯਹੂਦੀ ਯਿਸੂ ਬਾਰੇ ਪੁੱਛਗਿੱਛ ਕਰ ਰਹੇ ਸਨ, ਉਹਨਾਂ ਕੋਲ ਸਵਾਲ ਸਨ, ਉਸਨੇ ਕਿਹਾ, ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਪੁੱਤਰ ਆਪ ਤੋਂ ਕੁਝ ਨਹੀਂ ਕਰਦਾ, ਪਰ ਉਹੀ ਕਰਦਾ ਹੈ ਜੋ ਪਿਤਾ ਨੂੰ ਕਰਦੇ ਹੋਏ ਵੇਖਦਾ ਹੈ। ਕੀ ਇਹ ਸਹੀ ਹੈ? ਇਹ ਹਮੇਸ਼ਾ ਹੀ ਪਹਿਲਾਂ ਵੇਖਿਆ ਜਾ ਚੁੱਕਾ ਹੁੰਦਾ ਹੈ। ਦੋਸਤੋ, ਇਹ ਸਵਰਗੀ ਵਰਦਾਨ ਹੈ। ਜੋ ਕੁਝ ਪਹਿਲਾਂ ਹੀ ਵੇਖ ਲਿਆ ਜਾਂਦਾ ਹੈ। ਸਭ ਜਨ ਪ੍ਰਾਰਥਨਾ ਵਿੱਚ ਰਹਿਣ। ਸਾਰੀਆਂ ਸੰਗਤੀਆਂ ਜੋ ਮੈਂ ਕੀਤੀਆਂ, ਉਹਨਾਂ ਵਿੱਚ ਸਿਰਫ ਇੱਕ ਹੀ ਗਲਤੀ ਮੈਂ ਦੇਖੀ ਹੈ, ਜਿਸ ਲਈ ਮੈਂ ਮੁਆਫੀ ਚਾਹੁੰਦਾ ਹਾਂ। ਉਹ ਇਹ ਸੀ ਕਿ ਕਿਸੇ ਰਾਤ ਇੱਥੇ ਵੀਲ ਚੇਅਰ 'ਤੇ ਇੱਕ ਔਰਤ ਬੈਠੀ ਹੋਈ ਸੀ। ਮੈਨੂੰ ਪੱਕਾ ਯਕੀਨ ਸੀ। ਮੈਂ ਨਹੀਂ ਜਾਣਦਾ ਉਸ ਨਾਲ ਕੀ ਹੋਇਆ। ਉਸ ਤੋਂ ਬਾਅਦ ਮੈਂ ਉਸ ਨੂੰ ਕਦੀ ਨਹੀਂ ਦੇਖਿਆ। ਇਹ ਉਸ ਸਮੇਂ ਸੀ, ਪਰ 2 ਹੋਰ ਔਰਤਾਂ ਵੀ ਵੀਲ ਚੇਅਰਾਂ 'ਤੇ ਉਸ ਦੇ ਨਜ਼ਦੀਕ ਬੈਠੀਆਂ ਹੋਈਆਂ ਸਨ। ਜੇਕਰ ਮੈਂ ਉਹਨਾਂ ਵਿੱਚੋਂ ਇੱਕ ਨੂੰ ਮੰਚ 'ਤੇ ਲਿਆਉਣ ਲਈ ਕਹਿੰਦਾ ਤਾਂ ਇਹ ਇੱਕ ਵਿਅਕਤੀ ਦਾ ਸਨਮਾਨ ਦਰਸਾਉਂਦਾ ਹੈ। ਅਤੇ ਮੈਂ ਸੋਚਿਆ ਕਿ ਲੋਕ, ਜਦ ਔਰਤ ਇਹ ਉਹ ਸੀ ਜਿਸ ਨਾਲ ਪ੍ਰਭੂ ਗੱਲ ਕਰ ਰਿਹਾ ਸੀ, ਮੈਂ ਪ੍ਰਭੂ ਨਾਲ ਵਾਅਦਾ ਕੀਤਾ, ਮੈਂ ਇਸ ਤਰ੍ਹਾਂ ਫਿਰ ਕਦੇ ਨਹੀਂ ਕਰਾਂਗਾ। ਖੈਰ, ਛੋਟੀ ਔਰਤ ਬਾਰੇ ਜੋ ਆਪਣੇ ਬੱਚੇ ਨਾਲ ਕੋਲੋਂ ਦੀ ਲੰਘੀ, ਮੈਂ ਇਹ ਦੱਸਣਾ ਜਾਰੀ ਰੱਖਾਂਗਾ। ਮੈਂ ਕਿਹਾ, ਉੱਥੇ ਜਾ ਕੇ ਬੈਠ ਜਾਓ। ਅਤੇ ਫਿਰ ਜੇਕਰ ਭੈਣ ਤੁਸੀਂ ਆਪਣੇ ਪੂਰੇ ਦਿਲ ਤੋਂ ਵਿਸ਼ਵਾਸ ਕਰਦੇ ਹੋ ਕਿ ਇਹ ਸੱਚ ਹੈ, ਜ਼ਰਾ ਵੀ ਸ਼ੱਕ ਨਾ ਕਰੋ। ਬਸ ਇਹ ਵਿਸ਼ਵਾਸ ਕਰੋ ਕਿ ਪ੍ਰਭੂ ਦੀਆਂ ਬਰਕਤਾਂ ਬੱਚੇ ਉੱਤੇ ਐਲਾਨ ਹੋ ਗਈਆਂ ਹਨ ਅਤੇ ਉਹ ਚੰਗਾ ਹੋ ਜਾਵੇਗਾ। ਤੇਰੇ ਬੱਚੇ ਲਈ ਜਿਸ ਦੀਆਂ ਅੱਖਾਂ ਭੈਂਗੀਆਂ ਹਨ, ਮੈਂ ਉਹਨਾਂ ਲਈ ਇਹ ਕਹਿਣਾ ਚਾਹੁੰਦਾ ਹਾਂ, ਜੋ ਲੋਕ ਇੱਥੇ ਸਭਾ ਵਿੱਚ ਹਨ, ਜੇਕਰ ਤੁਹਾਨੂੰ ਕਤਾਰ ਵਿੱਚੋਂ ਲੰਘਣਾ ਪੈਂਦਾ ਹੈ, ਕਤਾਰ ਜੋ ਲੰਘ ਰਹੀ ਹੈ, ਤੁਸੀਂ ਉੱਥੇ ਉਸੇ ਤਰੀਕੇ ਨਾਲ ਚੰਗੇ ਹੋ ਜਾਓਗੇ ਜਿਵੇਂ ਕਿਸੇ ਜਗ੍ਹਾ 'ਤੇ। ਇਹ ਸੱਚ ਹੈ। ਜੇਕਰ ਤੁਹਾਡਾ ਵਿਸ਼ਵਾਸ ਇੰਨਾ ਮਜ਼ਬੂਤ ਹੈ ਕਿ ਤੁਸੀਂ ਆਪਣੇ ਆਪ ਨੂੰ ਦਰਸ਼ਨ ਵਿੱਚ ਲਿਆ ਸਕੋ, ਤਾਂ ਇਹ ਤੁਹਾਡੇ ਲਈ ਹੋਵੇਗਾ। ਜੇਕਰ ਨਹੀਂ ਤਾਂ ਨਹੀਂ ਹੋਵੇਗਾ। ਅਤੇ ਉਹ ਔਰਤ ਚੱਲ ਕੇ ਉੱਥੇ ਗਈ ਅਤੇ ਬੈਠ ਗਈ। ਉਸ ਰਾਤ ਮੈਂ ਤੁਹਾਡੇ ਨਾਲ ਜ਼ਿਆਦਾ ਦੇਰ ਰੁਕਣ ਕਾਰਨ
ਬਹੁਤ ਥੱਕ ਗਿਆ ਸੀ ਅਤੇ ਸੰਗਤੀ ਤੋਂ ਬਾਅਦ ਕੱਲ੍ਹ ਰਾਤ ਭੈਣ ਆਪਣੇ ਬੱਚੇ ਨਾਲ ਵਾਪਸ ਆਈ ਅਤੇ ਇਮਾਰਤ ਦੇ ਪਿਛਲੇ ਪਾਸੇ ਛੋਟੇ ਬੱਚੇ ਨਾਲ ਬੈਠੀ ਹੋਈ ਸੀ। ਬੱਚੇ ਦੀਆਂ ਅੱਖਾਂ ਅਜੇ ਵੀ ਭੈਂਗੀਆਂ ਸਨ, ਪਰ ਉਹ ਹਾਲੇ ਵੀ ਵਿਸ਼ਵਾਸ ਕਰ ਰਹੀ ਸੀ। ਅਤੇ ਜਦ ਮੈਂ ਇੱਥੇ ਜਗਵੇਦੀ 'ਤੇ ਪ੍ਰਾਰਥਨਾ ਕਰ ਰਿਹਾ ਸੀ, ਬਿਮਾਰਾਂ ਲਈ ਪ੍ਰਾਰਥਨਾ ਕਰ ਰਿਹਾ ਸੀ, ਉਹ ਬੱਚੇ ਨਾਲ ਖੇਡ ਰਹੀ ਸੀ ਅਤੇ ਬੱਚੇ ਦੀਆਂ ਦੋਨੋਂ ਅੱਖਾਂ ਠੀਕ ਹੋ ਗਈਆਂ ਸਨ। ਆਮੀਨ। ਮੈਂ ਹੈਰਾਨ ਹਾਂ ਜੇਕਰ ਉਹ ਔਰਤ ਆਪਣੇ ਬੱਚੇ ਨਾਲ ਅੱਜ ਰਾਤ ਇੱਥੇ ਭਵਨ ਵਿੱਚ ਹੈ। ਟੇਪ 'ਤੇ ਖਾਲੀ ਥਾਂ। ਸੰਪਾਦਕ। ਸਾਡੀ ਭੈਣ ਨੂੰ ਸਾਡਾ ਧੰਨਵਾਦ। ਹੁਣ ਉਸਨੇ ਹੁਣੇ ਛੋਇਆ ਹੈ ਜੋ ਮੈਂ ਉਸਨੂੰ ਦੱਸਿਆ ਕਿ ਸੱਚ ਹੈ। ਦੋਸਤੋ, ਮੈਂ ਇਸ ਦਾ ਵਿਸ਼ਵਾਸ ਕਰਦਾ ਹਾਂ। ਜੇਕਰ ਤੁਸੀਂ ਅੱਜ ਰਾਤ ਇੱਥੋਂ ਲੰਘਦੇ ਹੋ, ਜੇਕਰ ਤੁਸੀਂ ਕਤਾਰ ਰਾਹੀਂ ਆਉਂਦੇ ਹੋ, ਬਸ ਜਾਓ ਅਤੇ ਵਿਸ਼ਵਾਸ ਕਰੋ। ਜੇਕਰ ਤੁਸੀਂ ਇਸ ਦਾ ਵਿਸ਼ਵਾਸ ਕਰਦੇ ਹੋ, ਜੇ ਤੁਸੀਂ ਕਤਾਰ ਵਿੱਚ ਆਉਂਦੇ ਹੋ, ਬਸ ਜਾਓ ਅਤੇ ਨੇਚਾ ਕਰੋ। ਜੇ ਤੁਸੀਂ ਇਸ ਦਾ ਵਿਸ਼ਵਾਸ ਕਰੋਗੇ, ਮੇਰੇ ਕੋਲ ਸਿਰਫ ਇੱਕ ਚੀਜ਼ ਹੈ, ਉਹ ਹੈ ਪਰਮੇਸ਼ਰ ਦਾ ਵਚਨ। ਇਹ ਜਿਸ ਨੇ ਮੇਰੇ ਨਾਲ ਗੱਲ ਕੀਤੀ, ਉਸਨੇ ਕਿਹਾ, ਜੇ ਤੂੰ, ਇਹ ਮੈਂ ਹਾਂ, ਇਮਾਨਦਾਰ ਰਹੇ ਅਤੇ ਲੋਕਾਂ ਨੂੰ ਆਪਣੇ 'ਤੇ ਵਿਸ਼ਵਾਸ ਕਰਾ ਸਕੇ ਅਤੇ ਜਦ ਤੂੰ ਪ੍ਰਾਰਥਨਾ ਕਰੇ ਇਮਾਨਦਾਰ ਰਹੇ, ਕੋਈ ਚੀਜ਼ ਤੇਰੀ ਪ੍ਰਾਰਥਨਾ ਅੱਗੇ ਖੜੀ ਨਹੀਂ ਰਹੇਗੀ, ਕੈਂਸਰ ਤੱਕ ਵੀ ਨਹੀਂ। ਹੁਣ ਇਹ ਸੱਚ ਹੈ ਦੋਸਤੋ। ਅਤੇ ਜੇਕਰ ਸਿਰਫ ਕਤਾਰ ਵਿੱਚੋਂ ਲੰਘਣ ਅਤੇ ਬੱਚੇ 'ਤੇ ਹੱਥ ਰੱਖਣ ਨਾਲ ਉਸ ਛੋਟੇ ਬੱਚੇ ਦੀਆਂ ਅੱਖਾਂ ਠੀਕ ਹੋ ਸਕਦੀਆਂ ਹਨ, ਉਸ ਮਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਤੁਸੀਂ ਉਸ ਨਾਲ ਗੱਲ ਕਰ ਸਕਦੇ ਹੋ ਜੇਕਰ ਤੁਸੀਂ ਚਾਹੋ। ਉਸਨੇ ਆਪਣੇ ਸਾਰੇ ਦਿਲ ਤੋਂ ਇਸ ਦਾ ਵਿਸ਼ਵਾਸ ਕਰ ਲਿਆ ਹੈ। ਉਹ ਉੱਥੇ ਬੈਠੀ ਉਡੀਕ ਕਰ ਰਹੀ ਹੈ। ਜੇਕਰ ਇਸ ਨੂੰ 6 ਹਫ਼ਤੇ ਲੱਗ ਜਾਂਦੇ ਹਨ, ਉਸ ਦੇ ਕੋਲ ਹਾਲੇ ਵੀ ਵਿਸ਼ਵਾਸ ਸੀ ਅਤੇ ਬੱਚੇ ਦੀਆਂ ਅੱਖਾਂ ਠੀਕ ਹੋ ਜਾਣੀਆਂ ਸਨ। ਤੁਸੀਂ ਵਿਸ਼ਵਾਸ ਕਰਦੇ ਹੋ? ਕਈ ਵਾਰ ਜਦ ਪ੍ਰਭੂ ਮੈਨੂੰ ਕੁਝ ਕਰਨ ਲਈ ਵਿਖਾਉਂਦਾ ਹੈ, ਮੈਂ ਉਸ ਨੂੰ ਕਰ ਸਕਦਾ ਹਾਂ। ਅਤੇ ਫਿਰ ਜਿੱਥੋਂ ਤੱਕ ਰੋਗ ਲੱਭਣ ਦੀ ਗੱਲ ਹੈ, ਇਹ ਉਦੋਂ ਹੁੰਦਾ ਹੈ ਜਦੋਂ ਪਰਮੇਸ਼ਰ ਦਾ ਦੂਤ ਨੇੜੇ ਹੁੰਦਾ ਹੈ। ਇਹ ਹਮੇਸ਼ਾ ਸਕਾਰਾਤਮਕ ਹੁੰਦਾ ਹੈ। ਦੇਖਿਆ, ਇਹ ਚਮਤਕਾਰਾਂ ਵਰਗੀਆਂ ਅਚਰਜ ਚੀਜ਼ਾਂ ਹਨ। ਇਸ ਦੇ ਵਾਪਰਨ ਤੋਂ ਪਹਿਲਾਂ ਮੈਂ ਇਸ ਨੂੰ ਵੇਖਣਾ ਹੁੰਦਾ ਹੈ। ਪ੍ਰਭੂ ਤੁਹਾਡੇ ਸਭ ਦੇ ਸੰਗ ਹੋਵੇ ਅਤੇ ਮੈਂ ਇਹ ਆਸ ਕਰਦਾ ਹਾਂ ਕਿਸੇ ਦਿਨ ਅਸੀਂ ਦੁਬਾਰਾ ਮਿਲਾਂਗੇ। ਮੈਂ ਆਸ ਕਰਦਾ ਹਾਂ ਕਿ ਮੈਂ ਤੁਹਾਡੇ ਸ਼ਹਿਰ ਵਿੱਚ ਫਿਰ ਆਵਾਂਗਾ ਅਤੇ ਮਹਾਨ ਬੇਦਾਰੀ ਹੋਵੇਗੀ ਅਤੇ ਮੈਂ ਸਭ ਮਹਿਮਾਨਾਂ ਦਾ, ਸੇਵਕਾਂ ਦਾ, ਅਖਬਾਰ ਵਾਲਿਆਂ ਦਾ, ਸ਼ਹਿਰ ਦੇ ਮੇਅਰ ਦਾ ਧੰਨਵਾਦ ਕਰਦਾ ਹਾਂ। ਮੈਂ ਵਿਸ਼ਵਾਸ ਕਰਦਾ ਹਾਂ ਕਿ ਸ਼ਹਿਰ ਦਾ ਮੇਅਰ ਉਹ ਹੈ ਜੋ ਅੱਜ ਰਾਤ ਮੰਚ 'ਤੇ ਆਉਣਾ ਚਾਹੁੰਦਾ ਹੈ ਤਾਂ ਕਿ ਰੋਗ ਦੀ ਇਲਾਜ ਦਾ ਵਿਸ਼ਲੇਸ਼ਣ ਦੇਖੇ। ਖੈਰ, ਇਸ ਦੇ ਲਈ ਯਕੀਨਨ ਤੁਹਾਡਾ ਸੁਭਾਗ ਹੈ। ਭਾਈ ਨੂੰ ਖੰਘਦੇ ਹਨ। ਸੰਪਾਦਕ। ਮੈਨੂੰ ਮਾਫ਼ ਕਰਨਾ। ਅਤੇ ਹੁਣ ਕਿਸੇ ਵੀ ਸਮੇਂ ਮੈਂ ਤੁਹਾਡੀ ਸਹਾਇਤਾ ਕਰ ਸਕਦਾ ਹਾਂ। ਮਸਾ ਕੀਤੇ ਹੋਏ ਰੁਮਾਲ ਆਦਿ ਭੇਜਣ ਲਈ ਤੁਹਾਡੇ ਸਾਰਿਆਂ ਕੋਲ ਮੇਰਾ ਪਤਾ ਹੈ ਅਤੇ ਇਸੇ ਤਰ੍ਹਾਂ ਕੀ ਤੁਹਾਡੇ ਕੋਲ ਹੈ। ਤੁਹਾਨੂੰ ਇਹ ਸਾਰਾ ਲਿਖਣ ਦੀ ਲੋੜ ਨਹੀਂ। ਵਿਲੀਅਮ ਬ੍ਰਾਨਮ, ਜੈਫਰਸਨਵਿਲੇ, ਇੰਡੀਆਨਾ, ਪੋਸਟ ਬਾਕਸ ਆਫਿਸ 325। ਜਾਂ ਜੇਕਰ ਤੁਹਾਨੂੰ ਯਾਦ ਨਹੀਂ ਰਹਿੰਦਾ, ਬਸ ਵਿਲੀਅਮ ਬ੍ਰਾਨਮ ਲਿਖ ਦੇਵੋ, ਇਹ ਮੇਰੇ ਕੋਲ ਪਹੁੰਚ ਜਾਵੇਗਾ। ਮੈਂ ਤੁਹਾਡੀ ਸਹਾਇਤਾ ਕਰਕੇ ਖੁਸ਼ ਹੋਵਾਂਗਾ, ਜਿਸ ਤਰ੍ਹਾਂ ਵੀ ਮੈਂ ਕਰ ਸਕਾਂ। ਇਸ ਲਈ ਪ੍ਰਭੂ ਤੁਹਾਨੂੰ ਸਭ ਨੂੰ ਬਰਕਤ ਦੇਵੇ। ਜਦ ਕਿ ਅਸੀਂ ਆਪਣੇ ਸਿਰਾਂ ਨੂੰ ਫਿਰ ਪ੍ਰਾਰਥਨਾ ਲਈ ਝੁਕਾਉਂਦੇ ਹਾਂ, ਇਸ ਤੋਂ ਪਹਿਲਾਂ ਕਿ ਇਹ ਕਤਾਰ ਇੱਥੋਂ ਸ਼ੁਰੂ ਕਰੀਏ, ਕੀ ਤੁਸੀਂ ਤਹਿਖਾਨੇ ਵਿੱਚ ਮੈਨੂੰ ਸੁਣ ਸਕਦੇ ਹੋ? ਮੈਂ ਅੱਜ ਰਾਤ ਹੇਠਾਂ ਆ ਕੇ ਤੁਹਾਡੇ ਨਾਲ ਗੱਲ ਕਰਨੀ ਭੁੱਲ ਗਿਆ। ਕੁਝ ਪਲਾਂ ਵਿੱਚ ਥੋੜ੍ਹਾ ਆਰਾਮ ਕਰਨ ਤੋਂ ਬਾਅਦ ਮੈਂ ਤੁਹਾਨੂੰ ਵੇਖਣ ਲਈ ਹੇਠਾਂ ਆਵਾਂਗਾ। ਸਾਡੇ ਸਵਰਗੀ ਪਿਤਾ, ਅੱਜ ਅਸੀਂ ਦੁਆ ਕਰਦੇ ਹਾਂ ਕਿ ਇਹ ਸਾਡੇ ਲਈ ਮਹਿਮਾਮਈ ਸਮਾਂ ਹੋਵੇ। ਕਾਸ਼ ਤੇਰਾ ਚੰਗਿਆਈ ਦਾ ਦੂਤ, ਤੇਰੀ ਕਿਰਪਾ, ਪ੍ਰਭੂ ਯਿਸੂ ਦੀ ਹਜ਼ੂਰੀ ਇਸ ਭਵਨ ਵਿੱਚ ਬੜੀ ਨਿਰਮਾਈ ਨਾਲ ਠਹਿਰੇ। ਅਤੇ ਪ੍ਰਭੂ ਇੱਥੇ ਯਾਇਓਨ ਵਿੱਚ ਕਾਸ਼ ਅੱਜ ਦੀ ਰਾਤ ਹੁਣ ਤੱਕ ਦੀਆਂ ਸਾਰੀਆਂ ਰਾਤਾਂ ਤੋਂ ਵੱਧ ਮਹਾਨ ਹੋਵੇ। ਪ੍ਰਭੂ ਇਸ ਧਰਤੀ ਨੂੰ ਬਰਕਤ ਦੇ ਜਿਸ 'ਤੇ ਇਹ ਸ਼ਹਿਰ ਟਿਕਿਆ ਹੋਇਆ ਹੈ। ਪ੍ਰਭੂ ਇਹਨਾਂ ਸਭ ਅਨਮੋਲ ਲੋਕਾਂ ਨੂੰ ਬਰਕਤ ਦੇ। ਮੈਂ ਕਦੀ ਕਿਸੇ ਸ਼ਹਿਰ ਵਿੱਚ
ਪਹਿਲਾਂ ਅਜਿਹਾ ਨਹੀਂ ਦੇਖਿਆ ਹੈ। ਪ੍ਰਭੂ, ਕਿਸੇ ਨਾ ਕਿਸੇ ਤਰ੍ਹਾਂ ਮੈਂ ਵਿਸ਼ਵਾਸ ਕਰਦਾ ਹਾਂ ਕਿ ਤੇਰੇ ਸੇਵਕ ਦੀ ਭਵਿੱਖਬਾਣੀ, ਜਿਸ ਨੂੰ ਤਕਰੀਬਨ 40 ਸਾਲ ਹੋ ਗਏ ਹਨ, ਜ਼ਰੂਰ ਪੂਰੀ ਹੋਵੇ। ਪ੍ਰਭੂ, ਅਜਿਹਾ ਹੋਵੇ ਕਿ ਬੇਦਾਰੀ ਪੂਰੇ ਸ਼ਹਿਰ ਵਿੱਚ ਆਵੇ। ਪ੍ਰਭੂ, ਪੂਰੇ ਜ਼ੋਰ ਨਾਲ ਸਾਰੇ ਦੇਸ਼ ਭਰ ਵਿੱਚ ਅਤੇ ਇਸ ਸ਼ਹਿਰ ਵਿੱਚ ਇੱਕ ਵਾਰ ਫਿਰ ਬੇਦਾਰੀ ਆਵੇ। ਅੱਜ ਰਾਤ ਸਾਨੂੰ ਹੁਣੇ ਹੀ ਬਰਕਤ ਦੇ ਅਤੇ ਪ੍ਰਭੂ, ਆਪਣੇ ਸੇਵਕ ਨੂੰ ਇਸ ਕਦਰ ਆਪਣੀ ਹਜ਼ੂਰੀ ਨਾਲ ਮਸਾ ਕਰ ਕਿ ਜੋ ਕੋਈ ਵੀ ਇਸ ਕਤਾਰ ਵਿੱਚੋਂ ਲੰਘੇ ਉਹ ਚੰਗਾ ਹੋ ਜਾਵੇ। ਅਸੀਂ ਇਹ ਤੇਰੇ ਪੁੱਤਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਟੇਪ 'ਤੇ ਖਾਲੀ ਥਾਂ ਸੰਪਾਦਕ। ਬਰਕਤਾਂ। ਇਸ ਸਮੇਂ ਉਹ ਮੇਰੇ ਕੈਨੇਡੀਅਨ ਮੈਨੇਜਰ ਨੂੰ ਮਿਲਣਾ ਚਾਹੁੰਦੇ ਹਨ। ਖੈਰ, ਇਹ ਪਾਸਟਰ ਏਰਨ ਬੈਕਸਟਰ ਬ੍ਰਿਟਿਸ਼ ਕੋਲੰਬੀਆ ਤੋਂ ਹਨ, ਜੋ ਕੈਨੇਡਾ ਦੀਆਂ ਸੰਗਤੀਆਂ ਵਿੱਚ ਹੋਣਗੇ। ਦੇਖਦੇ ਹਾਂ ਕਿ ਕੈਨੇਡਾ ਭਰ ਵਿੱਚ ਵਿਦੇਸ਼ਾਂ ਵਿੱਚ ਜਾਣਾ ਹੈ। ਠੀਕ ਹੈ ਭਾਈ ਬੈਕਸਟਰ ਕੁਝ ਕਹਿੰਦੇ ਹਨ ਅਤੇ ਕੇਵਲ ਵਿਸ਼ਵਾਸ ਕਰੋ ਗੀਤ ਲਈ ਅਗਵਾਈ ਕਰਦੇ ਹਨ। ਸੰਪਾਦਕ। ਮੈਂ ਪੌੜੀਆਂ ਤੋਂ ਬਸ ਹੇਠਾਂ ਜਾ ਰਿਹਾ ਸੀ ਅਤੇ ਇੱਕ ਆਦਮੀ ਮੈਨੂੰ ਉੱਥੇ ਮਿਲਿਆ ਸੀ। ਉਸਨੇ ਕਿਹਾ, ਭਾਈ ਬ੍ਰਾਨਮ, ਕਿਹਾ ਮੈਂ ਤੁਹਾਡਾ ਸਦਾ ਸ਼ੁਕਰਗੁਜ਼ਾਰ ਰਹਾਂਗਾ। ਮੇਰੀ ਇੱਛਾ ਸੀ ਕਿ ਮੈਂ ਹਰ ਸਮੇਂ ਤੁਹਾਡੇ ਨਾਲ ਰਹਾਂ। ਮੈਂ ਇਸ ਦੇ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ ਹਾਂ। ਇਹ ਮੈਨੂੰ ਲਗਭਗ ਮਾਰ ਦਿੰਦਾ ਹੈ ਕਿ ਚੰਗੇ ਦੋਸਤਾਂ ਨੂੰ ਛੱਡ ਕੇ ਜਾਵਾਂ। ਕਿਹਾ ਮੇਰੀ ਬੇਟੀ ਮਿਰਗੀ ਤੋਂ ਚੰਗੀ ਹੋਈ ਸੀ। ਉਸ ਦੀ ਪਤਨੀ, ਮੈਂ ਭੁੱਲ ਗਿਆ ਉਹ ਕਿਸ ਬਿਮਾਰੀ ਤੋਂ ਚੰਗੀ ਹੋਈ ਸੀ, ਪਰ ਮੈਂ ਇਸ ਨੂੰ ਬਹੁਤ ਜ਼ਿਆਦਾ ਵੱਖਰਾ ਚਾਹੁੰਦਾ ਹਾਂ। ਇਹ ਮੇਰੇ ਲਈ ਸਾਰੇ ਜਗਤ ਦੇ ਧਨ ਨਾਲੋਂ ਵੱਧ ਕੇ ਹੈ। ਮਿਰਗੀ ਉਸ ਦੀ ਬੇਟੀ ਵਿੱਚੋਂ ਚਲੀ ਗਈ। ਘਰ ਹੁਣ ਵੱਖਰਾ ਹੈ ਕਿ ਨਹੀਂ ਹੈ? ਜਦ ਯਿਸੂ ਆਇਆ। ਪਰਮੇਸ਼ਰ ਸਾਡਾ ਮਹਾਨ ਚੰਗਿਆਈ ਦਾਤਾ ਹੈ। ਇਹ ਉਹੀ ਹੈ ਜੋ ਸਭ ਚੀਜ਼ਾਂ ਨੂੰ ਠੀਕ ਕਰ ਦਿੰਦਾ ਹੈ। ਹੁਣ ਜੇ ਇੱਥੇ ਕੋਈ ਅਜਿਹਾ ਹੈ, ਦੋਸਤੋ, ਹਰ ਰਾਤ ਮੈਨੂੰ ਇਹ ਬਿਆਨ ਦੇਣਾ ਪੈਂਦਾ ਹੈ। ਜੇਕਰ ਇੱਥੇ ਕੋਈ ਅਜਿਹਾ ਹੈ ਜੋ ਵਿਸ਼ਵਾਸ ਨਹੀਂ ਕਰਦਾ ਅਤੇ ਥੋੜ੍ਹਾ ਸ਼ੱਕੀ ਹੈ, ਹੁਣ ਇਹ ਯਾਦ ਰੱਖਣਾ, ਮੈਂ ਇਸ ਦਾ ਜ਼ਿੰਮੇਵਾਰ ਨਹੀਂ ਹੋਵਾਂਗਾ ਕਿ ਸੰਗਤੀ ਦੌਰਾਨ ਉਸ ਜਨ ਨਾਲ ਕੀ ਵਾਪਰਦਾ ਹੈ, ਕਿਉਂਕਿ ਇਹ ਚੀਜ਼ਾਂ ਇੱਕ ਤੋਂ ਦੂਸਰੇ ਵੱਲ ਆਉਂਦੀਆਂ ਹਨ। ਹਰ ਕੋਈ ਮੈਨੂੰ ਉੱਥੇ ਗਵਾਹੀ ਦਿੰਦਾ ਹੈ। ਮੈਂ ਇਹ ਬਿਆਨ ਦਿੰਦਾ ਹਾਂ, ਤੁਹਾਨੂੰ ਚਲੇ ਜਾਣਾ ਚਾਹੀਦਾ ਹੈ ਅਤੇ ਭਵਨ ਵਿੱਚ ਰੁਕਣਾ ਨਹੀਂ ਚਾਹੀਦਾ। ਤੁਹਾਨੂੰ ਆਪਣੇ ਸਿਰ ਝੁਕਾ ਕੇ ਰੱਖਣੇ ਪੈਣੇ ਹਨ ਅਤੇ ਤੁਹਾਨੂੰ ਇਕੱਲਿਆਂ ਨੂੰ ਨਹੀਂ ਕਰਨੇ ਪੈਣੇ, ਤੁਹਾਨੂੰ ਸਾਰੀ ਸੰਗਤੀ ਨੂੰ ਕਰਨੇ ਪੈਣੇ ਹਨ। ਹੁਣ ਜੇਕਰ ਤੁਸੀਂ ਮਸੀਹੀ ਹੋ, ਮੈਂ ਯਕੀਨੀ ਹਾਂ ਕਿ ਤੁਸੀਂ ਸਹਿਯੋਗ ਦੇਵੋਗੇ। ਹੁਣ ਲੋਕ ਹੇਠਾਂ ਹਨ। ਮੈਂ ਹੇਠਾਂ ਗਿਆ ਸੀ ਅਤੇ ਜਿੰਨੇ ਇੱਥੇ ਹਨ ਤਕਰੀਬਨ ਉਨੇ ਹੀ ਹੇਠਾਂ ਮੌਜੂਦ ਹਨ। ਬਹੁਤ ਹੀ ਪਿਆਰੇ ਸਰੋਤੇ ਹਨ ਅਤੇ ਜੋ ਲੋਕ ਹੇਠਾਂ ਉਸ ਤਹਿਖਾਨੇ ਵਿੱਚ ਹਨ, ਸੰਗਤੀ ਸੁਣ ਰਹੇ ਹਨ, ਕਹਿ ਰਹੇ ਸਨ, ਪ੍ਰਭੂ ਦਾ ਪਿਆਰ ਲੋਕਾਂ ਨੂੰ ਪ੍ਰਭੂ ਕੋਲ ਨਹੀਂ ਲਿਆਉਂਦਾ। ਦੇਖੋ, ਉਹ ਉੱਥੇ ਬੈਠੇ ਹੋਏ ਹਨ। ਉਹਨਾਂ ਨੇ ਕੋਈ ਇੱਕ ਚੀਜ਼ ਵੀ ਵਾਪਰਦੇ ਹੋਏ ਨਹੀਂ ਦੇਖੀ। ਉਹ ਸੰਗਤੀ ਵਿੱਚ ਵੀ ਨਹੀਂ ਸਨ, ਪਰ ਉਹ ਸਿਰਫ ਸ਼ਾਂਤੀ ਨਾਲ ਰਹਿ ਕੇ ਇੱਕ ਮੰਚ, ਪੁਲਪਿਟ ਕਾਫੀ ਹੈ ਹੇਠਾਂ ਪ੍ਰਾਰਥਨਾ ਮੰਡਲੀ ਲਈ। ਲੋਕਾਂ ਵਿੱਚ ਇੱਕ ਚੰਗੀ ਭੀੜ ਹੈ। ਉਹ ਉੱਥੇ ਉਨੇ ਹੀ ਪਿਆਰ ਅਤੇ ਸਤਿਕਾਰ ਨਾਲ ਬੈਠੇ ਹੋਏ ਹਨ ਜਿੰਨਾ ਕਿ ਉਹ ਬੈਠ ਸਕਦੇ ਹਨ। ਅਤੇ ਮੈਂ ਇਹ ਕਲਪਨਾ ਕਰ ਸਕਦਾ ਹਾਂ, ਜਦ ਅਸੀਂ ਪ੍ਰਾਰਥਨਾ ਕਰ ਰਹੇ ਹੁੰਦੇ ਹਾਂ, ਉਹ ਆਪਣੇ ਸਿਰ ਝੁਕਾਉਂਦੇ ਹਨ। ਉਹ ਬਸ ਇਸ ਤਰ੍ਹਾਂ ਦੇ ਲੋਕ ਹਨ। ਹੇਠਾਂ ਤਹਿਖਾਨੇ ਵਿੱਚ ਤੁਸੀਂ ਵੀ ਪ੍ਰਾਰਥਨਾ ਵਿੱਚ ਹੀ ਰਹਿਣਾ ਹੈ ਅਤੇ ਹੁਣ ਆਪਣੇ ਪੂਰੇ ਦਿਲ ਤੋਂ ਆਪਣੀ ਤਾਕਤ ਮੈਨੂੰ ਉਧਾਰ ਦਿਓ ਜਦ ਅਸੀਂ ਪ੍ਰਾਰਥਨਾ ਕਰਦੇ ਹਾਂ। ਹੁਣ ਉਹਨਾਂ ਲਈ ਪ੍ਰਾਰਥਨਾ ਕੀਤੀ ਜਾਵੇਗੀ ਜਦ ਅਸੀਂ ਪ੍ਰਾਰਥਨਾ ਕਰ ਰਹੇ ਹਾਂ। ਇੱਥੇ ਭੈਣ, ਸ਼੍ਰੀਮਾਨ, ਤੁਹਾਡੀ ਪਿੱਠ ਵਿੱਚ ਤਕਲੀਫ ਹੈ, ਇਹ ਸੱਚ ਹੈ, ਤੁਹਾਨੂੰ ਹੈ। ਉੱਥੇ ਰਸੌਲੀ ਹੈ। ਕਿੰਨੇ ਚਿਰ ਤੋਂ ਤੁਸੀਂ ਇਸ ਤਰ੍ਹਾਂ ਹੋ? ਛੁਟਕਾਰਾ। ਉਲਝਣਾਂ ਤੁਹਾਨੂੰ ਬੇਚੈਨ ਕਰ ਦਿੰਦੀਆਂ ਹਨ। ਕੀ ਇਹ ਗੱਲਾਂ ਸੱਚ ਹਨ? ਹੁਣ ਤੁਸੀਂ ਮੇਰੇ ਲਈ ਅਜਨਬੀ ਹੋ, ਪਰ ਕੀ ਤੁਸੀਂ ਹੁਣ ਵਿਸ਼ਵਾਸ ਕਰਦੇ ਹੋ? ਯਕੀਨਨ ਤੁਹਾਨੂੰ 30 ਸਾਲ ਕੋਸ਼ਿਸ਼ ਕਰਦੇ ਹੋ ਗਏ ਹਨ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ
ਕਿ ਬਹੁਤ ਸਾਰੇ ਵਧੀਆ ਡਾਕਟਰਾਂ ਨੇ ਅਤੇ ਇਸ ਤਰ੍ਹਾਂ ਕਈਆਂ ਨੇ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਉਹ ਸਭ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿੰਨਾ ਉਹ ਜਾਣਦੇ ਸਨ ਅਤੇ ਕਿ ਕਿਵੇਂ ਕਰਨਾ ਹੈ। ਅਤੇ ਹਰ ਕੋਈ ਤੁਹਾਨੂੰ ਪਸੰਦ ਕਰਦਾ ਹੈ, ਹਰ ਕੋਈ ਤੁਹਾਡੇ ਲਈ ਕਰਨਾ ਚਾਹੁੰਦਾ ਹੈ ਜਿੰਨਾ ਉਹ ਕਰ ਸਕਦੇ ਹਨ। ਅਤੇ ਉਹਨਾਂ ਬਹੁਤ ਨੇੜੇ ਤੱਕ ਕੀਤਾ ਪਰ ਉਹ ਨਹੀਂ ਕਰ ਸਕਦੇ ਹਨ, ਬਸ ਉਹ ਇੱਥੋਂ ਤੱਕ ਹੀ ਜਾ ਸਕਦੇ ਸਨ। ਪਰ ਹੁਣ ਤੁਸੀਂ ਪ੍ਰਭੂ ਯਿਸੂ ਕੋਲ ਆਏ ਹੋ ਕਿ ਉਹ ਤੁਹਾਨੂੰ ਚੰਗਾ ਕਰੇ। ਉਸ ਵਿੱਚ ਆਪਣੇ ਵਿਸ਼ਵਾਸ ਦਾ ਇਕਰਾਰ ਕਰਦੇ ਹੋਏ ਆਓ ਅਤੇ ਵਿਸ਼ਵਾਸ ਕਰੋ ਕਿ ਉਹ ਤੁਹਾਨੂੰ ਚੰਗਾ ਕਰੇਗਾ। ਟੇਪ 'ਤੇ ਖਾਲੀ ਥਾਂ ਸੰਪਾਦਕ। ਤੁਸੀਂ ਸਰੋਤਿਆਂ ਵਿੱਚੋਂ ਹਰ ਕੋਈ ਪ੍ਰਾਰਥਨਾ ਵਿੱਚ ਇੰਨੇ ਕੁ ਭਗਤੀ ਭਾਵ ਵਾਲੇ ਹੋ ਜਾਓ ਜਿੰਨੇ ਤੁਸੀਂ ਹੋ ਸਕਦੇ ਹੋ। ਸਾਡੇ ਸਵਰਗੀ ਪਿਤਾ, ਅੱਜ ਰਾਤ ਅਸੀਂ ਤੈਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੂੰ ਸਾਡੇ ਭਰਾ ਨੂੰ ਸੰਪੂਰਨ ਚੰਗਾ ਕਰਨ ਜਾ ਰਿਹਾ ਹੈ, ਦੁਸ਼ਮਣ ਦੀ ਸ਼ਕਤੀ ਨੂੰ ਤੋੜਨ ਜਾ ਰਿਹਾ ਹੈ ਜਿਸ ਨੇ ਉਸ ਨੂੰ ਜਕੜਿਆ ਹੋਇਆ ਹੈ, ਅਤੇ ਵਿਵਹਾਰਿਕ ਰੂਪ ਵਿੱਚ ਸਾਰੇ ਜੀਵਨ ਭਰ ਵੈਰੀ ਦੀ ਸ਼ਕਤੀ ਤੋਂ ਗ੍ਰਸਤ ਹੋਣ ਤੋਂ ਬਾਅਦ ਹੁਣ ਤੂੰ ਉਸ ਨੂੰ ਨਵਾਂ ਕਰ। ਅਤੇ ਬਹੁਤ ਡਾਕਟਰਾਂ ਰਾਹੀਂ ਇਸ ਦਾ ਨਿਰੀਖਣ ਕੀਤਾ ਗਿਆ ਹੈ ਅਤੇ ਹਾਲੇ ਵੀ ਇਸ ਆਦਮੀ ਦੀ ਕੋਈ ਸਹਾਇਤਾ ਨਹੀਂ ਕਰ ਸਕਿਆ ਹੈ। ਅਤੇ ਪਿਤਾ, ਅੱਜ ਰਾਤ ਉਹ ਆਪਣਾ ਵਿਸ਼ਵਾਸ ਤੇਰੇ ਵਿੱਚ ਵਰਤਣ ਲਈ ਆਇਆ ਹੈ ਅਤੇ ਲਿਖਤਾਂ ਨੇ ਸਾਨੂੰ ਸਿਖਾਇਆ ਹੈ ਕਿ ਧਰਮੀ ਦੀ ਸਰਗਰਮ ਅਸਰਦਾਰ ਪ੍ਰਾਰਥਨਾ ਦਾ ਬਹੁਤ ਅਸਰ ਹੁੰਦਾ ਹੈ, ਏਲੀਆ ਵਾਂਗ। ਅਤੇ ਸਾਨੂੰ ਇਹ ਅਹਿਸਾਸ ਹੈ ਕਿ ਅਸੀਂ ਧਰਮੀ ਨਹੀਂ ਹਾਂ ਪਰ ਤੂੰ ਧਰਮੀ ਹੈ। ਅਤੇ ਆਪਣੇ ਪੂਰੇ ਦਿਲ ਤੋਂ ਮੈਂ ਇਸ ਪੁਰਖ ਲਈ ਕਿਰਪਾ ਮੰਗਦਾ ਹਾਂ। ਪ੍ਰਭੂ, ਅਸੀਂ ਤੇਰਾ ਧੰਨਵਾਦ ਕਰਦੇ ਹਾਂ ਹਰੇਕ ਕੋਸ਼ਿਸ਼ ਲਈ ਜੋ ਉਸ ਦੇ ਬਚਾਅ ਲਈ ਕੀਤੀ ਗਈ ਪਰ ਇਹ ਅਸਫਲ ਰਹੀ। ਅਸੀਂ ਆਦਮੀਆਂ ਲਈ ਤੇਰਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਕੀਤਾ, ਜਿਨ੍ਹਾਂ ਨੇ ਕੋਸ਼ਿਸ਼ ਕੀਤੀ। ਪਰ ਪਿਤਾ, ਹੁਣ ਤੇਰੀ ਚੰਗਿਆਈ ਦੀ ਸਾਮਰਥ ਸਾਡੇ ਭਰਾ 'ਤੇ ਪ੍ਰਗਟ ਹੋ ਜਾਵੇ। ਮੈਂ ਦੁਸ਼ਟ ਦੀ ਸ਼ਕਤੀ ਨੂੰ ਝਿੜਕਦਾ ਹਾਂ ਜੋ ਡਾਕਟਰਾਂ ਦੀਆਂ ਨਜ਼ਰਾਂ ਤੋਂ ਅਣਡਿੱਠ ਹੈ। ਮੈਂ ਇਸ ਨੂੰ ਪਰਮੇਸ਼ਰ ਦੇ ਪੁੱਤਰ ਯਿਸੂ ਮਸੀਹ ਦੇ ਨਾਮ ਵਿੱਚ ਝਿੜਕਦਾ ਹਾਂ। ਇਸ ਆਦਮੀ ਨੂੰ ਛੱਡ ਦੇ, ਉਸ ਵਿੱਚੋਂ ਬਾਹਰ ਆ ਜਾ। ਠੀਕ ਹੈ ਸਰੋਤਿਓ, ਤੁਸੀਂ ਆਪਣੇ ਸਿਰ ਉਠਾ ਸਕਦੇ ਹੋ। ਆਦਮੀ ਚੰਗਾ ਹੋ ਚੁੱਕਾ ਹੈ। ਕਿ ਆਓ, ਉਹ ਚਾਹੁੰਦਾ ਹੈ ਕਿ ਆਪਣੇ ਆਪ ਨੂੰ ਭਾਈ 'ਤੇ ਕੀ ਤੁਸੀਂ ਚੰਗਾ ਮਹਿਸੂਸ ਕਰ ਰਹੇ ਹੋ? ਆਪਣੇ ਹੱਥ ਉੱਪਰ ਉਠਾਓ। ਠੀਕ ਹੈ, ਹੁਣ ਹਰ ਕੋਈ ਆਪਣੇ ਸਿਰ ਝੁਕਾ ਲਵੋ। ਔਰਤ ਆਓ, ਉਹ ਜਾਣਾ ਚਾਹੁੰਦੀ, ਆਪਣੇ ਰੋਗੀ ਨੂੰ ਲਿਆਓ। ਓਹ ਕਿਉਂ ਨਹੀਂ? ਯਕੀਨਨ ਇਹ ਨਹੀਂ। ਟੇਪ 'ਤੇ ਖਾਲੀ ਥਾਂ ਸੰਪਾਦਕ। ਕੀ ਕੋਈ ਦੇਖ ਸਕਦਾ ਹੈ ਕਿ ਇਸ ਔਰਤ ਨੂੰ ਕੀ ਤਕਲੀਫ ਹੈ? ਉਸ ਦੇ ਚਿਹਰੇ 'ਤੇ ਕੈਂਸਰ ਹੈ ਜੋ ਉਸ ਨੂੰ ਖਾ ਰਿਹਾ ਹੈ। ਤੱਥ ਇਹ ਹੈ ਉਸ ਦੇ ਚਿਹਰੇ ਦਾ ਵਧੀਆ ਹਿੱਸਾ ਕੈਂਸਰ ਤੋਂ ਚਲਿਆ ਗਿਆ ਹੈ। ਨਿਸ਼ਚੇ ਪਿਆਰੀ ਭੈਣ, ਤੁਹਾਨੂੰ ਅਹਿਸਾਸ ਹੋ ਗਿਆ ਹੈ ਕਿ ਜੇਕਰ ਕੁਝ ਨਾ ਕੀਤਾ ਗਿਆ ਤਾਂ ਤੁਹਾਡੇ ਲਈ ਜੀਵਨ ਬਹੁਤ ਥੋੜ੍ਹਾ ਹੈ, ਜੇਕਰ ਇਹ ਪ੍ਰਭੂ ਦੁਆਰਾ ਸੁਕਾਇਆ ਨਹੀਂ ਗਿਆ। ਤੁਸੀਂ ਕਿੱਥੇ ਰਹਿੰਦੇ ਹੋ? ਯਾਯੋਨ, ਤੁਸੀਂ ਇੱਥੇ ਸ਼ਹਿਰ ਵਿੱਚ ਰਹਿੰਦੇ ਹੋ। ਕੀ ਤੁਸੀਂ ਵਿਸ਼ਵਾਸ ਕਰੋਗੇ ਜੇਕਰ ਮੈਂ ਪ੍ਰਭੂ ਕੋਲੋਂ ਮੰਗਾ ਕਿ ਤੁਸੀਂ ਠੀਕ ਹੋ ਜਾਵੋ? ਤੁਸੀਂ ਜਾਣਦੇ ਹੋ ਤੁਸੀਂ ਕਰੋਗੇ। ਠੀਕ ਹੈ, ਇਹ ਵਿਸ਼ਵਾਸ ਹੈ। ਹੁਣ ਮੈਂ ਚਾਹੁੰਦਾ ਹਾਂ ਕਿ ਸਭ ਭਗਤੀ ਭਾਵ ਵਾਲੇ ਹੋ ਜਾਓ ਅਤੇ ਪ੍ਰਾਰਥਨਾ ਵਿੱਚ ਰਹੋ। ਸਾਡੇ ਪਿਆਰੇ ਪਿਤਾ, ਅਹਿਸਾਸ ਕਰਦਾ ਹਾਂ ਕਿ ਇੱਥੇ ਸਾਡੀ ਭੈਣ ਜੋ ਕਿ ਤੇਰੀ ਪਿਆਰੀ ਹੈ ਮਰ ਰਹੀ ਹੈ। ਇੱਕ ਛੁਪਿਆ ਕੈਂਸਰ ਉਸ ਦੇ ਚਿਹਰੇ ਨੂੰ ਖਾ ਰਿਹਾ ਹੈ ਅਤੇ ਪ੍ਰਤੀਤ ਹੁੰਦਾ ਹੈ ਕਿ ਕੁਝ ਵੀ ਉਸ ਨੂੰ ਰੋਕ ਨਹੀਂ ਸਕਦਾ। ਕੇਵਲ ਤੂੰ ਹੀ ਪ੍ਰਭੂ ਇਹ ਕਰ ਸਕਦਾ ਹੈ। ਅਤੇ ਪਿਤਾ, ਕੀ ਇਹ ਅਚਰਜ ਨਹੀਂ ਹੋਵੇਗਾ? ਅਸੀਂ ਇਸ ਦੀ ਬਹੁਤ ਸਰਾਹਨਾ ਕਰਾਂਗੇ ਜੇਕਰ ਤੂੰ ਇਸ ਔਰਤ ਨੂੰ ਅੱਜ ਰਾਤ ਚੰਗਾ ਕਰੇਗਾ। ਹੋ ਸਕਦਾ ਹੈ ਕਿ ਇਸੇ ਕਰਕੇ ਤੂੰ ਮੈਨੂੰ ਇੱਥੇ ਵਾਪਸ ਲਿਆਇਆ ਹੈ। ਹੋ ਸਕਦਾ ਹੈ ਕਿ ਇੱਥੇ ਇਸ ਵਿਅਕਤੀ ਲਈ, ਤਾਂ ਕਿ ਯਾਯੋਨ ਭਰ ਵਿੱਚ ਇੱਕ ਗਵਾਹੀ ਹੋਵੇ ਅਤੇ ਇਸ ਸ਼ਹਿਰ ਵਿੱਚ ਤੂੰ ਜਿਸ ਨੇ ਅੰਨੇ ਨੂੰ ਚੰਗਾ ਕੀਤਾ ਤਾਂ ਕਿ ਉਹ ਦੇਖ ਸਕੇ ਜੋ ਬਹੁਤ ਸਾਲਾਂ ਤੋਂ ਅੰਨਾ ਸੀ। ਤੂੰ ਜਿਸ ਨੇ ਛੋਟੇ ਵਿਕਲਾਂਗ ਬੱਚੇ ਨੂੰ ਲਿਆ ਅਤੇ ਉਸ ਨੂੰ ਸਧਾਰਨ ਹਾਲਤ ਵਿੱਚ ਲੈ ਆਂਦਾ, ਅੱਜ ਰਾਤ ਤੂੰ ਹੀ ਸਾਡੀ ਭੈਣ ਨੂੰ ਚੰਗਾ ਕਰ। ਟੇਪ 'ਤੇ ਖਾਲੀ ਥਾਂ ਸੰਪਾਦਕ। ਕੀ ਤੁਸੀਂ ਵਿਸ਼ਵਾਸ ਕਰਦੇ ਹੋ? ਟੇਪ 'ਤੇ ਖਾਲੀ ਥਾਂ ਸੰਪਾਦਕ। ਯਿਸੂ ਮਸੀਹ ਪਰਮੇਸ਼ਰ ਦਾ ਪੁੱਤਰ, ਕੀ ਤੁਸੀਂ ਹੁਣ ਆਪਣੇ ਸਾਰੇ ਦਿਲ ਤੋਂ ਵਿਸ਼ਵਾਸ ਕਰਦੇ ਹੋ? ਦੋਸਤ, ਤੁਹਾਨੂੰ ਵਿਸ਼ਵਾਸ ਕਰਨਾ
ਥੋੜ੍ਹਾ ਜ਼ਿਆਦਾ ਔਖਾ ਲੱਗਦਾ ਹੈ, ਪਰ ਜਦ ਤੋਂ ਪ੍ਰਾਰਥਨਾ ਹੋਈ ਹੈ, ਤੁਸੀਂ ਜੋ ਉਸ ਔਰਤ ਨੂੰ ਜਾਣਦੇ ਹੋ, ਉਸ ਦੇ ਚਿਹਰੇ ਤੋਂ ਕੈਂਸਰ ਸੁੱਕਦਾ ਵਿਖਾਈ ਦੇ ਰਿਹਾ ਹੈ। ਇਹ ਪਹਿਲਾਂ ਤੋਂ। ਪ੍ਰਭੂ ਤੁਹਾਨੂੰ ਬਰਕਤ ਦੇਵੇ। ਮੈਂ ਤੁਹਾਡੇ ਤੋਂ ਸੁਣਨਾ ਚਾਹੁੰਦਾ ਹਾਂ। ਹੁਣ ਤੁਸੀਂ ਆਪਣੇ ਸਿਰ ਉਠਾ ਸਕਦੇ ਹੋ ਜੇ ਤੁਹਾਡੀ ਇੱਛਾ ਹੈ ਤਾਂ। ਉਸ ਦੇ ਚਿਹਰੇ ਵੱਲ ਵੇਖੋ। ਭੈਣ, ਇੱਧਰ ਦੇਖੋ, ਇਹ ਹਨੇਰਾ। ਆਓ ਕਹੀਏ, ਪ੍ਰਭੂ ਉਸ ਭੈਣ ਲਈ ਤੇਰਾ ਧੰਨਵਾਦ। ਕਿੰਨੇ ਉਸ ਔਰਤ ਨੂੰ ਜਾਣਦੇ ਹਨ? ਠੀਕ ਹੈ, ਕੁਝ ਦਿਨਾਂ ਤੱਕ ਉਸ ਨੂੰ ਵੇਖਣਾ। ਪ੍ਰਭੂ ਤੁਹਾਡੇ ਨਾਲ ਹੋਵੇ। ਭੈਣ ਪ੍ਰਭੂ ਦੀ ਮਹਿਮਾ ਦੀ ਗਵਾਹੀ ਦੇ ਰਹੀ ਹੈ। ਠੀਕ ਹੈ, ਹੁਣ ਹਰ ਕੋਈ ਭਗਤੀ ਭਾਵ ਵਿੱਚ ਰਹੋ। ਅੱਗੇ ਆਓ। ਰੋਗੀ ਦੇ ਸੱਜੇ ਹੱਥ ਵਿੱਚ 2-3 ਮਿੰਟਾਂ ਲਈ ਕੁਝ ਨਹੀਂ ਹੋਣਾ ਚਾਹੀਦਾ। ਇੱਥੇ ਆ ਕੇ ਪ੍ਰਾਰਥਨਾ ਕਰਾਉਣ ਤੋਂ ਪਹਿਲਾਂ ਇੱਥੇ ਆਪਣਾ ਰੁਮਾਲ ਬਾਹਰ ਕੱਢ ਲਵੋ, ਆਪਣਾ ਹੱਥ ਫੜ ਲਵੋ। ਹੁਣ ਹਰ ਕੋਈ ਭਗਤੀ ਭਾਵ ਵਾਲਾ ਰਹੇ ਅਤੇ ਪ੍ਰਾਰਥਨਾ ਵਿੱਚ ਰਹੇ। ਕੁਝ ਪਲਾਂ ਲਈ ਆਪਣਾ ਹੱਥ ਦਿਖਾਓ ਜੇਕਰ ਤੁਹਾਡੇ ਹੱਥ ਵਿੱਚ ਕੁਝ ਹੈ। ਹਾਂ, ਪੇਟ ਦੀ ਸਮੱਸਿਆ, ਇਹ ਸਹੀ ਹੈ। ਤੁਹਾਡੀ ਔਰਤਾਂ ਵਾਲੀ ਸਮੱਸਿਆ ਆਦਿ ਵੀ ਹੈ। ਤੁਹਾਡੇ ਪਿੱਤੇ ਦੀ ਥੈਲੀ ਵਿੱਚ ਵੀ ਗੜਬੜ ਹੈ। ਜੀ ਹਾਂ ਮੈਡਮ, ਜ਼ਰੂਰ। ਤੁਸੀਂ ਸੰਗਤੀਆਂ ਵਿੱਚ ਸੀ ਅਤੇ ਤਰੰਗਾਂ ਆਦਿ ਨੂੰ ਦੇਖਿਆ ਹੈ। ਮੈਂ ਜਾਣਦਾ ਹਾਂ ਮੈਂ ਕੀ ਬੋਲ ਰਿਹਾ ਹਾਂ। ਠੀਕ ਹੈ, ਕੀ ਤੁਸੀਂ ਆਪਣੇ ਸਾਰੇ ਦਿਲ ਤੋਂ ਇਸ ਦਾ ਵਿਸ਼ਵਾਸ ਕਰਦੇ ਹੋ? ਪਰ ਹੁਣ ਤੁਸੀਂ ਜਾਣਦੇ ਹੋ। ਦੇਖੋ, ਤੁਸੀਂ ਮੇਰੇ ਲਈ ਅਜਨਬੀ ਹੋ ਅਤੇ ਮੇਰੇ ਕੋਲ ਇਸ ਨੂੰ ਜਾਣਨ ਦਾ ਇੱਕ ਤਰੀਕਾ ਹੈ। ਕੀ ਤੁਸੀਂ ਕਬੂਲ ਕਰਦੇ ਹੋ ਅਤੇ ਵਿਸ਼ਵਾਸ ਕਰਦੇ ਹੋ ਕਿ ਇਹ ਪ੍ਰਭੂ ਯਿਸੂ ਮਸੀਹ ਹੈ? ਇਹ ਵਰਦਾਨ ਉਸਨੇ ਗਰੀਬ ਦੁਖਿਆਰ ਮਨੁੱਖਤਾ ਲਈ ਭੇਜਿਆ ਹੈ। ਠੀਕ ਹੈ। ਹੁਣ ਕੀ ਤੁਸੀਂ ਮੇਰੇ ਹੱਥ 'ਤੇ ਇਹ ਥਾਵਾਂ 'ਤੇ ਵੇਖ ਸਕਦੇ ਹੋ? ਇਸ ਨੂੰ ਅਸੀਂ ਕੰਪਨ ਕਹਿੰਦੇ ਹਾਂ। ਹੁਣ ਮੈਂ ਇਸ ਨੂੰ ਇਹ ਨਾਮ ਦਿੱਤਾ ਹੈ। ਇਹ ਇੰਝ ਮਹਿਸੂਸ ਹੁੰਦਾ ਹੈ ਕਿ ਮੇਰਾ ਹੱਥ ਸੁੰਨ ਹੋ ਗਿਆ ਹੈ। ਦੇਖੋ, ਇਹ ਕਿਸ ਤਰ੍ਹਾਂ ਦਾ ਵਿਖਾਈ ਦੇ ਰਿਹਾ ਹੈ। ਹੁਣ ਆਪਣੇ ਹੱਥ ਤੋਂ ਮੇਰਾ ਹੱਥ ਹਟਾ ਦਿਓ। ਮੈਂ ਆਪਣਾ ਹੱਥ ਖੁਦ ਰੱਖਦਾ ਹਾਂ। ਹੁਣ ਇਹ ਉਸ ਤਰ੍ਹਾਂ ਦਾ ਨਹੀਂ ਵਿਖਾਈ ਦੇ ਰਿਹਾ ਹੈ। ਮੈਂ ਸ਼੍ਰੀ ਬੈਕਸਟਰ ਦਾ ਹੱਥ ਇੱਥੇ ਰੱਖਦਾ ਹਾਂ। ਅਜੇ ਵੀ ਉਸ ਤਰ੍ਹਾਂ ਨਹੀਂ ਵਿਖਾਈ ਦੇ ਰਿਹਾ। ਹੁਣ ਮੁੜ ਤੋਂ ਆਪਣਾ ਹੱਥ ਇੱਥੇ ਰੱਖੋ। ਇੱਥੇ ਇਹ ਹੈ। ਦੇਖੋ, ਇਹ ਛੋਟੀਆਂ ਸਫੇਦ ਚੀਜ਼ਾਂ ਮੇਰੇ ਹੱਥ 'ਤੇ ਚੱਲ ਰਹੀਆਂ ਹਨ। ਇਸ ਤਰ੍ਹਾਂ ਮੈਂ ਜਾਣ ਲੈਂਦਾ ਹਾਂ ਕਿ ਤੁਹਾਨੂੰ ਕੀ ਪਰੇਸ਼ਾਨੀ ਹੈ। ਹੁਣ ਜੇਕਰ ਤੁਸੀਂ ਆਪਣੇ ਸਾਰੇ ਦਿਲ ਤੋਂ ਇਸ ਦਾ ਵਿਸ਼ਵਾਸ ਕਰਦੇ ਹੋ, ਠੀਕ ਹੈ, ਤੁਸੀਂ ਇਹ ਜਾਣਦੇ ਹੋ। ਕਿਰਪਾ ਕਰਕੇ ਸਭ ਜਗ੍ਹਾ ਆਪਣੇ ਸਿਰ ਝੁਕਾ ਲਵੋ। ਪਿਤਾ, ਜਿਸ ਨੇ ਪ੍ਰਭੂ ਯਿਸੂ ਨੂੰ ਜੀਵਨ ਵਿੱਚ ਮੋੜ ਲਿਆਂਦਾ, ਸਾਰਾ ਸੰਸਾਰ ਹੀ ਆਧੁਨਿਕ ਜਿਹਾ ਜਾਪਦਾ ਹੈ ਅਤੇ ਪ੍ਰਭੂ ਵਿੱਚ ਸਧਾਰਨ ਵਿਸ਼ਵਾਸ ਦੀ ਜਗ੍ਹਾ ਉਹ ਗਿਆਨ ਵੱਲ ਜਾ ਰਹੇ ਹਨ। ਅਸੀਂ ਇਹ ਅਹਿਸਾਸ ਕਰਦੇ ਹਾਂ ਜਦ ਉਹਨਾਂ ਨੇ ਅਦਨ ਦੇ ਬਾਗ ਵਿੱਚ ਗਿਆਨ ਦੇ ਰੁੱਖ ਨੂੰ ਚੱਖਿਆ ਤਾਂ ਉਹਨਾਂ ਨੇ ਜੀਵਨ ਦੇ ਰੁੱਖ ਨਾਲੋਂ ਰਿਸ਼ਤਾ ਤੋੜ ਲਿਆ ਅਤੇ ਉਦੋਂ ਤੋਂ ਮਨੁੱਖ ਗਿਆਨ ਦੇ ਪਿੱਛੇ ਚਲਾ ਗਿਆ ਅਤੇ ਹਰ ਵਾਰ ਜਦ ਉਹ ਉਸ ਤੋਂ ਖਾਂਦਾ ਹੈ, ਉਹ ਆਪਣੇ ਆਪ ਦਾ ਨਾਸ਼ ਕਰਦਾ ਹੈ। ਬੰਦੂਕਾਂ, ਵਾਣ ਅਤੇ ਹੁਣ ਪਰਮਾਣੂ ਬੰਬ। ਗਿਆਨ। ਦਾਨੀਅਲ ਨਬੀ ਨੇ ਸੱਚ ਕਿਹਾ। ਉਹ ਇੱਧਰ ਉੱਧਰ ਭੱਜਣਗੇ ਅਤੇ ਗਿਆਨ ਵਧੇਗਾ। ਪਰ ਪਿਛਲੇ 2000 ਸਾਲ ਦੇ ਹਨੇਰ ਤੋਂ ਬਾਅਦ ਅੱਜ ਰਾਤ ਵਾਪਸ ਪ੍ਰਭੂ ਯਿਸੂ ਦੇ ਵਿਸ਼ਵਾਸ ਵਿੱਚ ਦੂਤ ਰਾਹੀਂ ਚੰਗਿਆਈ ਦੇ ਵਰਦਾਨ ਰਾਹੀਂ ਸੇਵਕਾਈ ਕਰ ਰਿਹਾ ਹੈ। ਸ਼ੈਤਾਨ, ਜਿਸ ਨੇ ਇਸ ਔਰਤ ਦੇ ਸਰੀਰ ਨੂੰ ਜਕੜਿਆ ਹੈ, ਮੈਂ ਤੈਨੂੰ ਪਰਮੇਸ਼ਰ ਦੇ ਪੁੱਤਰ ਦੁਆਰਾ ਹੁਕਮ ਦਿੰਦਾ ਹਾਂ ਕਿ ਉਸ ਔਰਤ ਨੂੰ ਛੱਡ ਦੇ, ਉਸ ਵਿੱਚੋਂ ਨਿਕਲ ਜਾ। ਬੇਸ਼ੱਕ ਭੈਣ, ਤੂੰ ਦੇਖ ਰਹੀ ਹੈ ਅਤੇ ਇਹ ਜਰਾ ਵੀ ਨਹੀਂ ਬਦਲਿਆ। ਇਹ ਹਾਲੇ ਵੀ ਉੱਥੇ ਹੀ ਹੈ। ਹੁਣ ਮੈਂ ਚੰਗਿਆਈ ਦੇਣ ਵਾਲਾ ਨਹੀਂ ਹਾਂ, ਪ੍ਰਭੂ ਚੰਗਿਆਈ ਦੇਣ ਵਾਲਾ ਹੈ। ਪਰ ਇਹ ਟੇਪ 'ਤੇ ਖਾਲੀ ਥਾਂ ਸੰਪਾਦਕ ਅਤੇ ਵਚਨ ਕਹਿੰਦਾ ਹੈ 3 ਗਵਾਹਾਂ ਵਿੱਚ। ਪਿਤਾ, ਸਾਡੀ ਭੈਣ 'ਤੇ ਕਿਰਪਾਵਾਨ ਹੋ ਅਤੇ ਵੈਰੀ ਦੀ ਸ਼ਕਤੀ ਜਿਸ ਨੇ ਉਸਦੇ ਜੀਵਨ ਨੂੰ ਜਕੜਿਆ ਹੈ, ਜੋ ਉਸਦੇ ਜੀਵਨ ਨੂੰ ਲੈਣ ਲਈ ਆਈ ਹੈ, ਤੂੰ ਉਸ ਦੀ ਸਹਾਇਤਾ ਕਰਨ ਲਈ ਇੱਥੇ ਹੈ। ਹੇ ਦੁਸ਼ਟ, ਮੈਂ ਤੈਨੂੰ ਪਰਮੇਸ਼ਰ ਦੇ ਪੁੱਤਰ ਵਿੱਚ ਹੁਕਮ ਦਿੰਦਾ ਹਾਂ ਕਿ ਉਸ ਔਰਤ ਨੂੰ ਛੱਡ ਦੇ। ਹੁਣ ਤੁਸੀਂ ਦੇਖ ਰਹੇ ਹੋ ਅਤੇ ਆਪ ਖੁਦ ਦੇਖੋ ਕਿ ਇਹ ਹੱਥ ਉਸੇ ਸਥਿਤੀ ਵਿੱਚ ਹੈ, ਪਰ ਇਹ ਬਦਲ ਗਿਆ ਹੈ।
ਉਹ ਛੋਟੀਆਂ ਸਫੈਦ ਚੀਜ਼ਾਂ ਮੇਰੇ ਹੱਥ ਤੋਂ ਚੱਲ ਰਹੀਆਂ ਹਨ, ਉਹ ਰੁਕ ਗਈਆਂ ਹਨ। ਕੀ ਉਹ ਨਹੀਂ ਰੁਕੀਆਂ? ਭੈਣ ਬੋਲੋ। ਭੈਣ ਕਹਿੰਦੀ ਹੈ, ਹਾਂ, ਇਹ ਸਭ ਇਸੇ ਤਰ੍ਹਾਂ ਹੀ ਹੈ। ਸੰਪਾਦਕ, ਮੇਰਾ ਹੱਥ ਹੁਣ ਵਾਪਸ ਸਧਾਰਨ ਦਿਖਾਈ ਦੇਣ ਵਾਲੇ ਹੱਥ ਵਾਂਗ ਹੋ ਗਿਆ ਹੈ। ਕੀ ਇਹ ਸੱਚ ਹੈ, ਮੈਡਮ? ਹਾਂ, ਉਹ ਚਲੀਆਂ ਗਈਆਂ ਹਨ। ਸੰਪਾਦਕ, ਠੀਕ ਹੈ, ਕੁਝ ਵਾਪਰਿਆ ਹੈ ਕੀ ਨਹੀਂ? ਹੁਣ ਸਰੋਤਿਓ, ਤੁਸੀਂ ਆਪਣੇ ਸਿਰ ਉਠਾ ਸਕਦੇ ਹੋ। ਔਰਤ ਨਾਲ ਕੁਝ ਵਾਪਰਿਆ ਹੈ। ਹੁਣ ਤੁਹਾਡੇ ਲਈ 3 ਗਵਾਹ ਹਨ। ਤੁਸੀਂ ਕੀ ਸੋਚਦੇ ਹੋ ਕਿ ਕੀ ਵਾਪਰ ਰਿਹਾ ਹੈ? ਕੀ ਤੁਸੀਂ ਸੋਚਦੇ ਹੋ ਕਿ ਤੁਸੀਂ ਚੰਗੇ ਹੋਵੋਗੇ? ਹੋ ਚੁੱਕੇ ਹੋ, ਮੈਡਮ। ਇੱਕ ਚੰਗੀ ਔਰਤ ਹੋਣ ਜਾ ਰਹੇ ਹੋ। ਸੰਪਾਦਕ, ਚੰਗੀ ਹੋਈ ਔਰਤ, ਵਾਪਸ ਜਾਓ। ਤੁਸੀਂ ਕਿੱਥੋਂ ਦੇ ਹੋ? ਟੈਨੈਸੀ, ਕਲੀਵਲੈਂਡ, ਟੈਨੈਸੀ। ਅੱਛਾ ਭੈਣ, ਪ੍ਰਭੂ ਤੁਹਾਨੂੰ ਬਰਕਤ ਦੇਵੇ। ਤੁਸੀਂ ਆਨੰਦ ਕਰਦੇ ਹੋਏ ਆਪਣੇ ਰਾਹ 'ਤੇ ਜਾ ਸਕਦੇ ਹੋ। ਠੀਕ ਹੈ। ਹੁਣ ਹਰ ਕੋਈ ਆਪਣੇ ਸਿਰਾਂ ਨੂੰ ਝੁਕਾ ਲਵੋ। ਸਭ ਪ੍ਰਾਰਥਨਾ ਵਿੱਚ ਰਹੋ। ਆਪਣੇ ਰੋਗੀ ਨੂੰ ਲਿਆਓ। ਦੋਸਤ, ਇੱਧਰ ਦੇਖੋ। ਬਸ 1 ਮਿੰਟ। ਇਹ ਛੋਟਾ ਲੜਕਾ ਪੀੜਤ ਹੈ। ਇਹ ਇਸ ਲਈ ਹੈ ਕਿਉਂਕਿ ਉਸ ਨੂੰ ਪੋਲੀਓ ਹੈ। ਕੀ ਇਹ ਇਸ ਦੀ ਵਜ੍ਹਾ ਨਾਲ ਇਸ ਤਰ੍ਹਾਂ ਚੱਲ ਰਿਹਾ ਹੈ? ਕਮਜ਼ੋਰ ਅਤੇ ਅਪਾਹਜ, ਠੀਕ ਹੈ। ਹੁਣ ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪ੍ਰਭੂ ਯਿਸੂ ਮਸੀਹ ਇਸ ਛੋਟੇ ਬੱਚੇ ਨੂੰ ਇਸ ਤਰ੍ਹਾਂ ਬਣਾ ਸਕਦਾ ਹੈ ਕਿ ਉਹ ਸਧਾਰਨ ਚੱਲ ਸਕੇ? ਕੀ ਤੁਸੀਂ ਕਰਦੇ ਹੋ? ਉਹ ਠੀਕ ਹੈ। ਮੈਂ ਚਾਹੁੰਦਾ ਹਾਂ ਕਿ ਹੁਣ ਤੁਸੀਂ ਸਾਰੇ ਦਿਲ ਤੋਂ ਵਿਸ਼ਵਾਸ ਕਰੋ। ਹੁਣ ਇਹ ਛੋਟਾ ਲੜਕਾ ਬੋਲ ਨਹੀਂ ਸਕਦਾ ਹੁਣ ਜਾਂ ਸੁਣ ਜਾਂ ਸਹੀ ਚੱਲ ਨਹੀਂ ਸਕਦਾ। ਉਹ ਸਹੀ ਨਹੀਂ ਚੱਲ ਸਕਦਾ। ਉਹ ਆਪਣੇ ਛੋਟੇ ਸਰੀਰ ਨੂੰ ਇੱਕ ਪ੍ਰਕਾਰ ਨਾਲ ਡੋਲਦੀ ਹੋਈ ਹਾਲਤ ਨਾਲ ਹਿਲਾਉਂਦਾ ਹੈ। ਹੁਣ ਮੈਂ ਨਹੀਂ ਜਾਣਦਾ ਕਿ ਛੋਟੇ ਲੜਕੇ ਲਈ ਪ੍ਰਾਰਥਨਾ ਕਰਦੇ ਕਿੰਨਾ ਸਮਾਂ ਲੱਗੇ, ਪਰ ਮੈਂ ਚਾਹੁੰਦਾ ਹਾਂ ਕਿ ਹਰ ਕੋਈ ਬਸ ਭਗਤੀ ਭਾਵ ਵਾਲਾ ਹੋ ਜਾਵੇ ਜਿੰਨਾ ਤੁਸੀਂ ਹੋ ਸਕਦੇ ਹੋ। ਅਤੇ ਜੇਕਰ ਕੋਈ ਆਪਣਾ ਸਿਰ ਉਠਾਉਂਦਾ ਹੈ, ਹੁਣ ਇਹ ਮਨੋਵਿਗਿਆਨ ਨਹੀਂ ਹੈ, ਉਹ ਨਾ ਲਓ। ਜੇ ਇਹ ਹੈ ਯਿਸੂ ਮਸੀਹ ਹੈ, ਇਸ ਦੀ ਵੀ ਵਰਤੋਂ ਕਰਦਾ ਹੈ। ਉਸਨੇ ਲੋਕਾਂ ਨੂੰ ਸਥਾਨਾਂ ਵਿੱਚੋਂ, ਘਰਾਂ ਵਿੱਚੋਂ ਬਾਹਰ ਕੱਢਿਆ ਹੈ। ਜੇਕਰ ਇਹ ਬਾਈਬਲ ਦਾ ਸੱਚ ਹੈ ਤਾਂ ਆਮੀਨ ਕਹੋ। ਮੰਡਲੀ ਕਹਿੰਦੀ ਹੈ ਆਮੀਨ। ਸੰਪਾਦਕ, ਹਾਂ, ਉਸਨੇ ਕੀਤਾ। ਇਹ ਹੀ ਪਤਰਸ ਰਸੂਲ ਨੇ ਕੀਤਾ। ਹੁਣ ਮੈਂ ਯਕੀਨ ਕਰਦਾ ਹਾਂ ਕਿ ਤੁਸੀਂ ਉਦੋਂ ਤੱਕ ਆਪਣੇ ਸਿਰਾਂ ਨੂੰ ਝੁਕਾ ਕੇ ਰੱਖੋਗੇ ਜਦੋਂ ਤੱਕ ਮੈਨੂੰ ਇਹ ਕਹਿੰਦੇ ਨਾ ਸੁਣ ਲਵੋ, ਆਪਣੇ ਸਿਰਾਂ ਨੂੰ ਉਠਾ ਲਵੋ। ਸਵਰਗੀ ਪਿਤਾ, ਪਿਆਰ ਅਤੇ ਕਿਰਪਾ ਵਿੱਚ ਮੈਂ ਛੋਟੇ ਗੂੰਗੇ ਬੋਲੇ ਅਪਾਹਜ ਲੜਕੇ ਲਈ ਤੇਰੇ ਕੋਲ ਆਉਂਦਾ ਹਾਂ। ਕਿੰਨਾ ਤਰਸ। ਇਹ ਮਾਂ, ਉਸਦਾ ਪਿਆਰਾ ਬੱਚਾ। ਉਸਨੇ ਦੱਸਿਆ ਡਾਕਟਰਾਂ ਨੇ ਸਖਤ ਮਿਹਨਤ ਕੀਤੀ ਹੈ ਛੋਟੇ ਲੜਕੇ ਨੂੰ ਇਸ ਮਸਲੇ ਤੋਂ ਛੁਡਾਉਣ ਲਈ। ਮਨੁੱਖੀ ਯਤਨ ਫੇਲ ਹੁੰਦੇ ਦਿਖ ਰਹੇ ਹਨ। ਉਸ ਨੂੰ ਸੁਣਨਾ ਅਤੇ ਬੋਲਣਾ ਬਖਸ਼ ਦੇ ਅਤੇ ਉਸ ਦੇ ਛੋਟੇ ਸਰੀਰ ਨੂੰ ਸਹੀ ਨਿਯੰਤਰਣ ਦੇ ਜੋ ਲੋਕਾਂ ਦੇ ਵਿੱਚ ਲੜਖੜਾ ਰਿਹਾ ਸੀ ਜਦ ਅੱਜ ਰਾਤ ਉਸ ਨੂੰ ਇੱਥੇ ਲਿਆਏ ਹਨ। ਪਰ ਪਿਤਾ, ਤੂੰ ਅੱਜ ਰਾਤ ਉਸ ਨੂੰ ਚੰਗਾ ਕਰਨ ਲਈ ਇੱਥੇ ਹੈ ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਅੱਜ ਰਾਤ ਇਹਨਾਂ ਬਰਕਤਾਂ ਨੂੰ ਇਸ ਛੋਟੇ ਲੜਕੇ ਲਈ ਬਖਸ਼ ਦੇ। ਪ੍ਰਭੂ, ਆਪਣੇ ਸੇਵਕ ਦੀ ਪ੍ਰਾਰਥਨਾ ਨੂੰ ਸੁਣ। ਹੇ ਦੁਸ਼ਟ, ਤੂੰ ਜਿਸ ਨੇ ਇਸ ਛੋਟੇ ਲੜਕੇ ਨੂੰ ਜਕੜਿਆ ਹੈ, ਉਸ ਨੂੰ ਗੂੰਗਾ, ਬੋਲਾ ਅਤੇ ਅਪਾਹਜ ਬਣਾਇਆ ਹੈ, ਮੈਂ ਤੈਨੂੰ ਪਰਮੇਸ਼ਰ ਦੇ ਪੁੱਤਰ ਰਾਹੀਂ ਹੁਕਮ ਦਿੰਦਾ ਹਾਂ, ਬੱਚੇ ਨੂੰ ਛੱਡ ਦੇ, ਉਸ ਵਿੱਚੋਂ ਬਾਹਰ ਨਿਕਲਾ। ਦੋਸਤੋ, ਤੁਹਾਨੂੰ ਆਪਣੇ ਸਿਰਾਂ ਨੂੰ ਝੁਕਾ ਕੇ ਰੱਖਣਾ ਪੈਣਾ ਹੈ। ਜਦ ਮੈਂ ਆਪਣਾ ਸਿਰ ਉਠਾਉਂਦਾ ਹਾਂ, ਘੱਟੋ ਘੱਟ 2 ਦਰਜਨਾਂ ਠੰਡੀਆਂ ਤਰੰਗਾਂ ਦੀਆਂ ਕੰਪਨਾਂ ਮੇਰੇ ਨਾਲ ਟਕਰਾਉਂਦੀਆਂ ਹਨ। ਟੇਪ 'ਤੇ ਖਾਲੀ ਥਾਂ। ਸੰਪਾਦਕ, ਤੇਰਾ ਮਹਿਮਾਮਈ ਹੱਥ ਲੋਕਾਂ ਉੱਤੇ ਹੈ। ਜੇਕਰ ਸਿਰਫ ਉਹਨਾਂ ਦਾ ਵਿਸ਼ਵਾਸ ਤੇਰੇ ਵਿੱਚ ਹੋਵੇ ਅਤੇ ਤੇਰੀ ਆਗਿਆਕਾਰੀ ਕਰਨ। ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦਾ ਹਾਂ, ਛੋਟੇ ਲੜਕੇ ਨੂੰ ਚੰਗਾ ਕਰ। ਆਪਣੇ ਸੇਵਕ ਨੂੰ ਵਿਸ਼ਵਾਸ ਦੀ ਸਾਮਰਥ ਦੇ ਤਾਂ ਕਿ ਇਸ ਦੁਸ਼ਟ ਆਤਮਾ ਨੂੰ ਜਿਸ ਨੇ ਕੰਨਾਂ ਨੂੰ ਸੁਣਨ ਤੋਂ ਬੰਦ ਕੀਤਾ ਹੈ ਅਤੇ ਉਸ ਦੇ ਛੋਟੇ ਅਪਾਹਜ ਸਰੀਰ ਨੂੰ, ਹੇ ਦੁਸ਼ਟ, ਯਿਸੂ ਮਸੀਹ ਦੇ ਨਾਂ ਵਿੱਚ ਉਸ ਲੜਕੇ ਵਿੱਚੋਂ ਬਾਹਰ ਨਿਕਲ। ਭਾਈ ਬ੍ਰਾਨਮ ਤਾਲੀ ਵਜਾਉਂਦੇ ਹਨ ਅਤੇ ਚੁਟਕੀ ਵਜਾਉਂਦੇ ਹਨ। ਸੰਪਾਦਕ, ਸੁਣ ਸਕਦੇ ਹੋ। ਸਭ ਪਾਸੇ ਆਪਣੇ ਸਿਰ ਝੁਕਾਈ ਰੱਖੋ। ਆਤਮਾ ਦਾ ਪ੍ਰਭਾਵ ਉਸ ਛੋਟੇ
ਕਹਿ ਮਾਂ। ਛੋਟਾ ਲੜਕਾ ਕਹਿੰਦਾ ਹੈ ਕਹੋ ਮਾਂ। ਸੰਪਾਦਕ। ਭਗਤੀ ਭਾਵ ਵਿੱਚ ਰਹੋ। ਡੈਡੀ, ਉਹ ਕਹਿੰਦਾ ਹੈ ਡੈਡੀ। ਸੰਪਾਦਕ। ਉਹ ਮੈਨੂੰ ਪੂਰੇ ਤੌਰ 'ਤੇ ਬੋਲਦੇ ਹੋਏ ਸੁਣ ਸਕਦਾ ਹੈ, ਪਿੱਛੇ ਠੀਕ ਤਰ੍ਹਾਂ ਬੋਲਦਾ ਹੈ। ਯਸੂ, ਉਹ ਕਹਿੰਦਾ ਹੈ ਯਸੂ। ਸੰਪਾਦਕ। ਆਮੀਨ, ਉਹ ਕਹਿੰਦਾ ਹੈ ਆਮੀਨ। ਸੰਪਾਦਕ। ਆਪਣੇ ਸਿਰਾਂ ਨੂੰ ਝੁਕਾ ਕੇ ਰੱਖੋ। ਉਹ ਸੁਣ ਅਤੇ ਮੇਰੇ ਨਾਲ ਬੋਲ ਰਿਹਾ ਹੈ। ਕੁਝ ਪਲ ਅਸੀਂ। ਛੋਟੇ ਲੜਕੇ, ਪਰਮੇਸ਼ਰ ਦੇ ਪੁੱਤਰ ਯਿਸੂ ਮਸੀਹ ਨੇ ਤੈਨੂੰ ਚੰਗਾ ਕਰ ਦਿੱਤਾ ਹੈ। ਹੁਣ ਤੂੰ ਮੇਰੇ ਵੱਲ ਚੱਲਦਾ ਹੋਇਆ ਆ। ਬਸ ਆਪਣੀਆਂ ਛੋਟੀਆਂ ਬਾਹਾਂ ਨੂੰ ਹੇਠਾਂ ਕਰ ਦੇ ਅਤੇ ਮੇਰੇ ਵੱਲ ਚੱਲਦੇ ਹੋਏ ਆ। ਚਾਹੁੰਦਾ ਹਾਂ ਤੂੰ ਇਸ ਤਰ੍ਹਾਂ ਬਹੁਤ ਹੇਠਾਂ ਤੱਕ ਝੁਕ ਜਾ। ਹੇਠਾਂ ਹੋ ਜਾ। ਹੁਣ ਵਾਪਸ ਉੱਠ ਜਾ। ਆਪਣੇ ਹੱਥਾਂ ਨੂੰ ਸਥਿਰ ਰੱਖੋ। ਚੱਲਦੇ ਰਹਿ। ਆਪਣਾ ਸਿਰ ਹੇਠਾਂ ਕਰ। ਤੁਸੀਂ ਯਕੀਨਨ ਇਸ ਨੂੰ ਮੁੜ ਦੁਬਾਰਾ ਬੱਚੇ 'ਤੇ ਪਾ ਦਿਓਗੇ। ਆਪਣਾ ਸਿਰ ਝੁਕਾ ਕੇ ਰੱਖੋ। ਹੁਣ ਇੱਧਰ ਦੇਖੋ। ਆਮੀਨ, ਆਮੀਨ। ਸੰਪਾਦਕ। ਮਾਂ। ਸੰਪਾਦਕ। ਕੀ ਤੂੰ ਸੁਣ ਸਕਦਾ ਹੈ? ਸੰਪਾਦਕ। ਹੁਣ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਦੁਬਾਰਾ ਚੱਲੋ। ਆਪਣੇ ਛੋਟੇ ਮੋਢਿਆਂ ਨੂੰ ਛੋਟੇ ਆਦਮੀ ਵਾਂਗ ਸਿੱਧਾ ਕਰੋ। ਇਹ ਠੀਕ ਹੈ। ਹੁਣ ਪ੍ਰਭੂ ਦੀ ਮਹਿਮਾ ਹੋਵੇ। ਸਭ ਜਗ੍ਹਾ ਆਪਣੇ ਸਿਰਾਂ ਨੂੰ ਝੁਕਾਈ ਰੱਖੋ। ਇੱਥੇ ਉਹ ਸਿੱਧਾ ਹੁੰਦਾ ਹੈ। ਆਪਣੇ ਸਿਰਾਂ ਨੂੰ ਝੁਕਾਈ ਰੱਖੋ। ਹੁਣ ਤੁਸੀਂ ਦੇਖ ਸਕਦੇ ਹੋ। ਆਮੀਨ। ਮੋਢਿਆਂ ਨੂੰ ਸਿੱਧਾ ਕਰੋ, ਸਿੱਧੇ ਇੱਕ ਛੋਟੇ ਆਦਮੀ ਵਾਂਗ। ਟੇਪ 'ਤੇ ਖਾਲੀ ਥਾਂ। ਸੰਪਾਦਕ। ਪ੍ਰਭੂ ਚੰਗਿਆਈ ਦਾਤਾ ਹੈ। ਕਿ ਉਹ ਨਹੀਂ ਹੈ? ਕੋਈ ਮਤਲਬ ਨਹੀਂ ਤੁਸੀਂ ਕਿੰਨੀ ਬੁਰੀ ਤਰ੍ਹਾਂ ਅਪਾਹਜ ਹੋ ਜਾ। ਪ੍ਰਭੂ ਤੁਹਾਨੂੰ ਚੰਗਾ ਕਰ ਸਕਦਾ ਹੈ। ਆਪਣੇ ਸਿਰਾਂ ਨੂੰ ਝੁਕਾਈ ਰੱਖੋ। ਇਹ ਮਾਨਸਿਕ ਕਮਜ਼ੋਰੀ ਦਾ ਮਾਮਲਾ ਹੈ। ਠੀਕ ਹੈ। ਹੁਣ ਹਰ ਕੋਈ ਆਪਣੇ ਸਿਰ ਝੁਕਾ ਲਵੋ। ਮਾਂ, ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪ੍ਰਭੂ ਯਿਸੂ ਛੋਟੀ ਬੱਚੀ ਨੂੰ ਵਾਪਸ ਸਧਾਰਨ ਕਰਕੇ ਤੁਹਾਨੂੰ ਦੇ ਸਕਦਾ ਹੈ? ਵਾਪਸ ਇੱਕ ਸਧਾਰਨ ਬੱਚੇ ਵਾਂਗ। ਹੁਣ ਇਹ ਉਦੋਂ। ਹਰ ਕੋਈ ਆਪਣੇ ਸਿਰ ਝੁਕਾ ਕੇ ਰੱਖੋ। ਇਹ ਸ਼ੈਤਾਨ ਦੀ ਸ਼ਕਤੀ ਹੈ ਜੋ ਬੱਚੇ ਨਾਲ ਟਕਰਾਈ ਹੈ। ਇੱਕਦਮ ਨਾਲ ਉਸ ਉੱਪਰ ਆ ਗਈ। 6 ਸਾਲ ਪਹਿਲਾਂ ਛੋਟੀ ਚੀਜ਼ 'ਤੇ ਇਹ ਇੱਕਦਮ ਆ ਗਈ। ਇਸ ਨੇ ਉਹਨੂੰ ਪੀੜਿਤ ਕਰ ਦਿੱਤਾ। ਉਹ ਆਪਣੇ ਆਪ ਨੂੰ ਸੰਤੁਲਨ ਨਹੀਂ ਕਰ ਸਕਦੀ ਹੈ। ਬਹੁਤ ਸੋਹਣੀ ਛੋਟੀ ਲੜਕੀ ਜੋ ਮਾਂ, ਇਸ ਦੀ ਉਮਰ ਕਿੰਨੀ ਹੈ? ਤਕਰੀਬਨ 2 ਸਾਲਾਂ ਦੀ। ਹੁਣ ਉਹ ਮੁਸ਼ਕਿਲ ਨਾਲ ਹੀ ਜਾਣਦੀ ਹੈ। ਤੁਹਾਨੂੰ ਇਸ ਨੂੰ ਚੁੱਕਣਾ ਪਵੇਗਾ ਅਤੇ ਇਸ ਨੂੰ ਚੱਲਣਾ ਸਿਖਾਉਣਾ ਪਵੇਗਾ। ਇਹ ਉਸ ਸੰਭਾਵਨਾ ਦੇ ਅਹਿਸਾਸ ਤੋਂ ਲਿਆ ਹੈ ਜਿਵੇਂ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇਹ ਉਸ ਨੂੰ ਕੁਝ ਪਲਾਂ ਵਿੱਚ ਛੱਡ ਦੇਵੇਗਾ। ਹਰ ਕੋਈ ਭਗਤੀ ਭਾਵ ਵਿੱਚ ਰਹੇ। ਪਿਤਾ, ਜਿਸ ਨੇ ਆਕਾਸ਼ ਅਤੇ ਧਰਤੀ ਬਣਾਈ, ਛੋਟੀ ਲੜਕੀ 'ਤੇ ਆਪਣੀਆਂ ਬਰਕਤਾਂ ਭੇਜ। ਸ਼ੈਤਾਨ ਨੇ ਇਸ ਨਾਲ ਇਹ ਬੁਰਾਈ ਕੀਤੀ ਹੈ, ਪਰ ਤੂੰ ਉਸ ਨੂੰ ਚੰਗਾ ਕਰਨ ਲਈ ਇੱਥੇ ਹੈ। ਹੇ ਸ਼ੈਤਾਨ, ਅਸੀਂ ਤੈਨੂੰ ਪਰਮੇਸ਼ਰ ਦੇ ਪੁੱਤਰ ਯਿਸੂ ਦੁਆਰਾ ਹੁਕਮ ਦਿੰਦੇ ਹਾਂ, ਬੱਚੀ ਨੂੰ ਛੱਡ ਦੇ। ਸ਼ੈਤਾਨ, ਉਸ ਵਿੱਚੋਂ ਬਾਹਰ ਨਿਕਲ। ਹੇ ਸ਼ੈਤਾਨ, ਬੱਚੀ ਵਿੱਚੋਂ ਬਾਹਰ ਨਿਕਲ। ਮੈਂ ਤੈਨੂੰ ਯਿਸੂ ਮਸੀਹ ਦੇ ਨਾਮ ਵਿੱਚ ਹੁਕਮ ਦਿੰਦਾ ਹਾਂ, ਲੜਕੀ ਨੂੰ ਛੱਡ ਦੇ। ਇੱਥੇ ਆਓ। ਹਰ ਪਾਸੇ ਸਿਰ ਝੁਕਾਈ ਰੱਖੋ। ਇਸ ਦਾ ਨਾਮ ਕੀ ਹੈ? ਨੈਂਸੀ। ਤੁਹਾਡਾ ਕੀ ਹਾਲ ਹੈ? ਲੜਕੀ ਚੰਗੀ ਹੋ ਚੁੱਕੀ ਹੈ। ਉਹ ਹੁਣ ਮੁਸਕਰਾ ਰਹੀ ਹੈ। ਉਹ ਜਾਣਦੀ ਹੈ ਕਿ ਉਹ ਚੰਗੀ ਹੋ ਚੁੱਕੀ ਹੈ। ਕੀ ਤੁਸੀਂ ਯਿਸੂ ਨੂੰ ਪਿਆਰ ਕਰਦੇ ਹੋ? ਨੈਂਸੀ, ਯਿਸੂ ਨੂੰ ਪਿਆਰ ਕਰਦੀ ਹੈ? ਸਭ ਖੜੇ ਹੋ ਜਾਓ ਤਾਂ ਜੋ ਤੁਸੀਂ ਦੇਖ ਸਕੋ। ਆਓ ਇਸ ਛੋਟੀ ਲਈ ਕਹੀਏ, ਪ੍ਰਭੂ ਤੇਰੀ ਵਡਿਆਈ ਹੋਵੇ। ਪ੍ਰਭੂ ਤੁਹਾਨੂੰ ਬਰਕਤ ਦੇਵੇ। ਅਸੀਂ ਧੰਨਵਾਦੀ ਹਾਂ। ਹੁਣ ਉਹ ਬਿਲਕੁਲ ਚੰਗੀ ਹੋਣ ਜਾ ਰਹੀ ਹੈ। ਮਾਨਸਿਕ ਕਮਜ਼ੋਰੀ, ਬੱਚੀ ਚੰਗੀ ਹੋ ਚੁੱਕੀ ਹੈ। ਇੰਨਾ ਯਕੀਨੀ ਹਾਂ ਜਿੰਨਾ ਹੋ ਸਕਦਾ ਹਾਂ। ਬੱਚੀ ਦਾ ਦਿਮਾਗ ਚੰਗਾ ਹੋ ਜਾਵੇਗਾ। ਦੇਖੋ ਉਹ ਕਿਵੇਂ ਚੀਜ਼ਾਂ ਵੱਲ ਧਿਆਨ ਦੇ ਰਹੀ ਹੈ। ਨੈਂਸੀ, ਕੀ ਤੂੰ ਮੈਨੂੰ ਸੁਣ ਸਕਦੀ ਹੈ? ਪ੍ਰਭੂ ਦੀ ਵਡਿਆਈ ਹੋਵੇ। ਮਾਂ, ਇੱਕ ਪੁਰਾਣੀ ਗਵਾਹੀ ਲਿਖ ਜੇਕਰ ਤੂੰ ਲਿਖ ਸਕਦੀ ਹੈ। ਭੈਣ, ਪ੍ਰਭੂ ਤੁਹਾਨੂੰ ਬਰਕਤ ਦੇਵੇ। ਬਿਲਕੁਲ, ਬਹੁਤ ਜ਼ਿਆਦਾ ਵਿਸ਼ਵਾਸ। ਅਗਲੇ ਰੋਗੀ ਨੂੰ ਲਿਆਓ। ਠੀਕ ਹੈ। ਛੋਟੀ ਲੜਕੀ ਨੂੰ ਲਿਆਓ। ਤੁਹਾਡਾ ਕੀ ਹਾਲ ਹੈ? ਹੁਣ ਹਰ ਕੋਈ ਆਪਣੇ ਸਿਰ ਝੁਕਾ ਲਵੋ। ਛੋਟੀ ਲੜਕੀ ਦੀਆਂ ਅੱਖਾਂ ਭੈਂਗੀਆਂ ਹਨ ਅਤੇ ਪੈਰਾਂ 'ਤੇ ਗੰਢਾਂ ਬਣੀਆਂ ਹੋਈਆਂ ਹਨ। ਸਵਰਗੀ ਪਿਤਾ,
ਤੂੰ ਧਰਤੀ ਅਤੇ ਸਵਰਗ ਦਾ ਕਰਤਾ ਹੈ। ਇਸ ਛੋਟੀ ਲੜਕੀ ਨੂੰ ਬਰਕਤ ਦੇ ਜਿਸ ਨੂੰ ਮੈਂ ਤੇਰੇ ਨਾਮ ਵਿੱਚ ਬਰਕਤ ਦਿੰਦਾ ਹਾਂ। ਅੱਜ ਰਾਤ ਇੱਥੇ ਖੜੇ ਉਡੀਕ ਕਰ ਰਹੇ ਹਾਂ ਕਿ ਤੇਰੀ ਮਹਿਮਾ ਉਸ 'ਤੇ ਪ੍ਰਗਟ ਹੋਵੇ। ਹੇ ਪ੍ਰਭੂ ਯਿਸੂ, ਅਸੀਂ ਤੈਨੂੰ ਪਿਆਰ ਕਰਦੇ ਹਾਂ ਅਤੇ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੂੰ ਚੰਗਾ ਕਰ, ਤੂੰ ਇਹਨਾਂ ਅੱਖਾਂ ਨੂੰ ਚੰਗਾ ਕਰ। ਤੂੰ ਇੱਥੇ ਹੈ। ਟੇਪ 'ਤੇ ਖਾਲੀ ਥਾਂ ਸੰਪਾਦਕ। ਹਰ ਕੋਈ ਭਗਤੀ ਭਾਵ ਵਿੱਚ ਰਹੇ। ਇਹ ਸੰਗਤੀ ਦੀ ਪਹਿਲੀ ਰਾਤ ਹੈ। ਮੈਂ ਇੱਕ ਵਿਅਕਤੀ ਨੂੰ ਪਛਾਣ ਲਿਆ ਜੋ ਅਵਿਸ਼ਵਾਸ ਕਰ ਰਿਹਾ ਸੀ, ਪਰ ਅੱਜ ਰਾਤ ਸਾਡੇ ਵਿੱਚ ਇੱਕ ਹੈ, ਠੀਕ ਹੈ, ਅਤੇ ਇਹ ਮੇਰੇ ਲਈ ਬਹੁਤ ਮੁਸ਼ਕਿਲ ਬਣਾ ਦਿੰਦਾ ਹੈ। ਮੈਂ ਸ਼੍ਰੀਮਾਨ ਤੁਹਾਡੇ ਲਈ ਤਾਂ ਇਹ ਬਿਹਤਰ ਹੈ ਕਿ ਤੁਸੀਂ ਸੰਗਤੀ ਨੂੰ ਸਹਿਯੋਗ ਕਰੋ। ਇਕੱਠੇ ਹੋਣ ਲਈ ਤੁਸੀਂ ਰੁਕਾਵਟ ਬਣ ਰਹੇ ਹੋ, ਇਸ ਨੂੰ ਬਹੁਤ ਮੁਸ਼ਕਿਲ ਬਣਾ ਰਹੇ ਹੋ। ਇੱਕ ਬੇਪ੍ਰਤੀਤਾ ਆਤਮਾ, ਤੁਹਾਨੂੰ ਤਾਂ ਏਕਤਾ ਵਿੱਚ ਰਹਿਣਾ ਪੈਣਾ ਹੈ। ਇਹ ਇਸ ਨੂੰ ਮੁਸ਼ਕਿਲ ਬਣਾ ਰਿਹਾ ਹੈ। ਇੱਕ ਭਾਈ ਕਹਿੰਦਾ ਹੈ, ਹੁਣ ਹਰ ਕੋਈ ਪ੍ਰਾਰਥਨਾ ਵਿੱਚ ਬਣਿਆ ਰਹੇ। ਕੀ ਤੁਸੀਂ ਭਾਈ ਨੂੰ ਸਹਿਯੋਗ ਦੇਵੋਗੇ ਜਦ ਉਹ ਇਸ ਬੱਚੇ ਲਈ ਸੇਵਕਾਈ ਕਰ ਰਹੇ ਹਨ? ਸੰਪਾਦਕ। ਇਹ ਠੀਕ ਹੈ। ਆਮੀਨ। ਸਵਰਗੀ ਪਿਤਾ, ਸਾਡੀ ਛੋਟੀ ਭੈਣ 'ਤੇ ਕਿਰਪਾਵਾਨ ਹੋ ਅਤੇ ਪ੍ਰਭੂ ਉਸ ਦੀਆਂ ਅੱਖਾਂ ਲਈ ਅਤੇ ਛੋਟੇ ਪੈਰਾਂ ਲਈ ਚੰਗਿਆਈ ਮੁਹੱਈਆ ਕਰ। ਤੂੰ ਉਸ ਦੇ ਪੂਰੇ ਸਰੀਰ ਨੂੰ ਚੰਗਾ ਕਰਨ ਲਈ ਇੱਥੇ ਹੈ। ਹੁਣ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪ੍ਰਭੂ ਤੂੰ ਮੁਹੱਈਆ ਕਰ। ਹੇ ਸ਼ੈਤਾਨ, ਮੈਂ ਤੈਨੂੰ ਪਰਮੇਸ਼ਰ ਦੇ ਪੁੱਤਰ ਦੁਆਰਾ ਹੁਕਮ ਕਰਦਾ ਹਾਂ, ਲੜਕੀ ਨੂੰ ਛੱਡ ਦੇ, ਉਸ ਵਿੱਚੋਂ ਬਾਹਰ ਨਿਕਲ। ਪਿਆਰੇ, ਜਦ ਤੱਕ ਮੈਂ ਕਹਾਂ ਆਪਣੀਆਂ ਅੱਖਾਂ ਬੰਦ ਰੱਖੋ। ਹੁਣ ਹੌਲੀ ਆਪਣੀਆਂ ਅੱਖਾਂ ਖੋਲ੍ਹੋ। ਸਰਵਸ਼ਕਤੀਮਾਨ ਪਰਮੇਸ਼ਰ, ਜੀਵਨ ਦੇ ਰਚੇਤਾ, ਹਰੇਕ ਚੰਗੇ ਵਰਦਾਨ ਦੇ ਦੇਣ ਵਾਲੇ, ਆਪਣੀਆਂ ਅਸੀਸਾਂ ਬੱਚੀ 'ਤੇ ਭੇਜ। ਹੇ ਸ਼ੈਤਾਨ, ਮੈਂ ਤੈਨੂੰ ਇਸ ਵਿਸ਼ਵਾਸ ਦੇ ਯੁੱਧ ਵਿੱਚ ਮਿਲਣ ਆਇਆ ਹਾਂ। ਮੈਂ ਤੈਨੂੰ ਪਰਮੇਸ਼ਰ ਦੇ ਪੁੱਤਰ ਯਿਸੂ ਮਸੀਹ ਦੇ ਰਾਹੀਂ ਹੁਕਮ ਦਿੰਦਾ ਹਾਂ, ਬੱਚੀ ਨੂੰ ਛੱਡ ਦੇ, ਉਸ ਵਿੱਚੋਂ ਬਾਹਰ ਨਿਕਲ। ਕਿਰਪਾ ਕਰਕੇ ਕੁਝ ਪਲਾਂ ਲਈ ਆਪਣੇ ਸਿਰਾਂ ਨੂੰ ਝੁਕਾਈ ਰੱਖੋ। ਕੁਝ ਵਾਪਰ ਰਿਹਾ ਹੈ। ਹੁਣ ਆਪਣਾ ਛੋਟਾ ਸਿਰ ਹੇਠਾਂ ਰੱਖੋ। ਹੁਣ ਇਸ ਨੂੰ ਇਸ ਤਰ੍ਹਾਂ ਉਠਾਓ। ਹੁਣ ਇੱਧਰ ਦੇਖੋ, ਇੱਧਰ ਆਓ। ਉਹ ਬੱਚੀ ਨੂੰ ਤੁਸੀਂ ਆਪਣਾ ਸਿਰ ਉਠਾ ਸਕਦੇ ਹੋ। ਛੋਟੀ ਬੱਚੀ ਚੰਗੀ ਹੋ ਚੁੱਕੀ ਹੈ, ਪੈਰ ਅਤੇ ਅੱਖਾਂ ਦੋਨੋਂ ਹੀ। ਹੁਣ ਪਿਆਰੀ, ਇਸ ਤਰਫ ਦੇਖੋ। ਸਰੋਤੇ ਦੇਖ ਸਕਦੇ ਹਨ। ਸਿੱਧਾ ਉਸ ਵੱਲ ਦੇਖੋ, ਉੱਧਰ ਦੇਖੋ, ਇਸ ਤਰ੍ਹਾਂ ਦੇਖੋ, ਸਿੱਧਾ ਅਗਾਂਹ ਵੱਲ। ਇਹ ਹਨ ਉਸ ਦੇ ਛੋਟੇ ਪੈਰ ਜਿਨ੍ਹਾਂ ਨੇ ਉਹਨਾਂ ਕਿਹਾ ਸੀ ਗੰਢਾਂ ਬਣੀਆਂ ਸਨ। ਇਹ ਉਹਨੇ ਕੁ ਹੀ ਸਹੀ ਹਨ ਜਿੰਨੇ ਹੋ ਸਕਦੇ ਹਨ। ਆਓ ਸਭ ਕਹੀਏ, ਪ੍ਰਭੂ ਦੀ ਵਡਿਆਈ ਹੋਵੇ। ਟੇਪ 'ਤੇ ਖਾਲੀ ਥਾਂ ਸੰਪਾਦਕ। ਤੁਹਾਨੂੰ ਪਹਿਲਾਂ ਪੁੱਛਿਆ ਸੀ ਜੇਕਰ ਤੁਹਾਡੀਆਂ ਅੱਖਾਂ ਠੀਕ ਹੈ। ਭਾਈ, ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪ੍ਰਭੂ ਇਹ ਤੁਹਾਡੇ ਲਈ ਕਰੇਗਾ? ਮੈਂ ਦੇਖਿਆ ਹੈ ਕਿ ਤੁਹਾਨੂੰ ਛੋਟੀ ਮਾਫ਼ ਕਰਨਾ, ਬਲਕਿ ਤੁਹਾਡਾ ਲੱਕ ਦੁੱਖ ਦਿੰਦਾ ਹੈ। ਗਦੂਦਾਂ ਵੀ ਹਨ। ਇਹ ਤੁਹਾਨੂੰ ਬੇਚੈਨ ਕਰ ਦਿੰਦਾ ਹੈ। ਕੀ ਇਹ ਸਹੀ ਹੈ? ਭਾਈ, ਤੁਹਾਨੂੰ ਇਸ ਤਰ੍ਹਾਂ ਕਿੰਨੀ ਦੇਰ ਤੋਂ ਹੋ ਗਈ ਹੈ? ਤੁਸੀਂ ਇਸ ਤਰ੍ਹਾਂ ਜਨਮੇ ਹੋ, ਠੀਕ ਹੈ। ਤੁਸੀਂ ਆਪਣਾ ਸਿਰ ਝੁਕਾਓ। ਤੁਸੀਂ ਭੈਂਗੇ ਵੀ ਜਨਮੇ ਹੋ। ਸਰਵਸ਼ਕਤੀਮਾਨ ਪਰਮੇਸ਼ਰ, ਜੀਵਨ ਦੇ ਕਰਤਾ, ਆਪਣੀਆਂ ਅਸੀਸਾਂ ਆਦਮੀ 'ਤੇ ਭੇਜ ਅਤੇ ਉਸ ਨੂੰ ਚੰਗਾ ਕਰ। ਪ੍ਰਭੂ, ਮੈਂ ਪ੍ਰਾਰਥਨਾ ਕਰਦਾ ਹਾਂ, ਆਦਮੀ 'ਤੇ ਆਪਣੀ ਕਿਰਪਾ ਪ੍ਰਗਟ ਕਰ ਅਤੇ ਇਸ ਭਵਨ ਵਿੱਚ ਲੋਕਾਂ ਵਿੱਚ ਵਿਸ਼ਵਾਸ ਵੱਧ ਜਾਵੇ ਤਾਂ ਜੋ ਉਹ ਪੂਰੇ ਦਿਲ ਨਾਲ ਤੇਰੇ 'ਤੇ ਵਿਸ਼ਵਾਸ ਕਰ ਸਕਣ। ਹੇ ਸ਼ੈਤਾਨ, ਮੈਂ ਤੈਨੂੰ ਪਰਮੇਸ਼ਰ ਦੇ ਪੁੱਤਰ ਯਿਸੂ ਦੁਆਰਾ ਹੁਕਮ ਦਿੰਦਾ ਹਾਂ ਕਿ ਤੂੰ ਇਸ ਆਦਮੀ ਨੂੰ ਛੱਡ ਦੇ। ਆਪਣੇ ਸਿਰ ਝੁਕਾ ਕੇ ਰੱਖੋ। ਹਰ ਕੋਈ ਭਗਤੀ ਭਾਵ ਵਿੱਚ ਰਹੇ। ਹਾਂ ਸ਼੍ਰੀਮਾਨ, ਤੁਸੀਂ ਕਿੱਥੇ ਰਹਿੰਦੇ ਹੋ? ਵਾਸ਼ਿੰਗਟਨ। ਤੁਹਾਡੀਆਂ ਅੱਖਾਂ ਖਰਾਬ ਹਨ, ਤੁਸੀਂ ਜਾਣਦੇ ਹੋ। ਜੀ ਹਾਂ। ਹਾਂ ਜੀ ਸ਼੍ਰੀਮਾਨ, ਇਹ ਕੁਝ ਇਸ ਤਰ੍ਹਾਂ ਬਣ ਜਾਂਦੀਆਂ। ਕੇਵਲ ਵਿਸ਼ਵਾਸ ਰੱਖੋ। ਅਸੀਂ ਇੱਕ ਵਾਰ ਫਿਰ ਪ੍ਰਭੂ ਯਿਸੂ ਕੋਲੋਂ ਮੰਗੀਏ। ਬਹੁਤ ਹੀ ਭਲੇ ਆਦਮੀ ਹਨ ਇੱਥੇ ਖੜੇ। ਉਹਨਾਂ ਦੀਆਂ ਗੱਲਾਂ ਉੱਤੇ ਹੰਝੂ ਵਹਿ ਰਹੇ ਹਨ। ਉਸ ਨੂੰ ਸਰਵਸ਼ਕਤੀਮਾਨ ਦੀ ਮਹਾਨ ਹਜ਼ੂਰੀ ਮਹਿਸੂਸ ਹੋ ਰਹੀ ਹੈ। ਸਰਵਸ਼ਕਤੀਮਾਨ ਪਰਮੇਸ਼ਰ, ਜੋ ਅੱਜ ਰਾਤ ਇੱਥੇ ਮੰਚ 'ਤੇ ਘੁੰਮ ਰਿਹਾ ਹੈ, ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੂੰ ਇਸ ਆਦਮੀ 'ਤੇ ਕਿਰਪਾਵਾਨ ਹੋ। ਅੱਜ ਰਾਤ ਉਸ ਦੇ ਹਿਰਦੇ ਦੀ ਇੱਛਾ ਨੂੰ ਪੂਰਾ ਕਰ ਕਿ ਭੈਂਗੀਆਂ ਅੱਖਾਂ ਮੁੜ ਤੋਂ ਸਧਾਰਨ ਅਵਸਥਾ ਵਿੱਚ ਆ ਜਾਣ
ਪਿਤਾ, ਆਪਣੇ ਜਨਮ ਤੋਂ ਲੈ ਕੇ ਉਹ ਇਸ ਤਰ੍ਹਾਂ ਹੈ। ਤੂੰ ਉਸ ਦੀਆਂ ਅੱਖਾਂ ਹੁਣੇ ਹੀ ਸਿੱਧੀਆਂ ਕਰ ਸਕਦਾ ਹੈ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਇਹ ਅਸੀਸ ਬਖਸ਼ ਦੇ ਅਤੇ ਆਦਮੀ ਇਹਨਾਂ ਬਿਮਾਰੀਆਂ ਤੋਂ ਚੰਗਾ ਹੋ ਜਾਵੇ। ਔਰ ਮੈਂ ਵੈਰੀ ਦੀ ਸ਼ਕਤੀ ਨੂੰ, ਜਿਸ ਨੇ ਇਸ ਆਦਮੀ ਨੂੰ ਜਕੜਿਆ ਹੋਇਆ ਹੈ, ਯਿਸੂ ਮਸੀਹ ਦੇ ਨਾਮ ਵਿੱਚ ਝਿੜਕਦਾ ਹਾਂ। ਆਮੀਨ। ਹਰ ਅੱਖ ਬੰਦ ਰਹੇ। ਹੁਣ ਪਿੱਠ ਦੀ ਪਰੇਸ਼ਾਨੀ, ਗਦੂਦਾਂ ਦੀ ਗ੍ਰੰਥੀ ਜੋ ਸੁੱਜੀ ਸੀ ਤੋਂ ਤਰੰਗ ਅਤੇ ਇਹ ਰੁਕ ਗਈ ਹੈ। ਹੁਣ ਬੇਸ਼ੱਕ ਅੱਖਾਂ ਲਈ ਇਹ ਕੀਟਾਣੂ ਦਾ ਰੋਗ ਜਾਂ ਸੰਕਰਮਣ ਰੋਗ ਨਹੀਂ ਹੈ। ਹਰ ਅੱਖ ਬੰਦ ਰਹੇ। ਸ਼ੱਕ ਨਾ ਕਰੋ। ਆਪਣੀਆਂ ਅੱਖਾਂ ਬੰਦ ਰੱਖੋ ਜਦ ਤੱਕ ਤੁਸੀਂ ਮੇਰੇ ਵੱਲ ਦੇਖੋ। ਕਿੰਨੀ ਦੇਰ ਪਹਿਲਾਂ ਕੋਈ ਮਤਲਬ ਨਹੀਂ, ਐਨਕਾਂ ਜਾਂ ਨਹੀਂ, ਤੁਹਾਨੂੰ ਇਹਨਾਂ ਦੀ ਲੋੜ ਨਹੀਂ ਹੈ। ਜਿਵੇਂ ਤੁਹਾਡੀਆਂ ਐਨਕਾਂ, ਤੁਹਾਡੀਆਂ ਅੱਖਾਂ ਸਿੱਧੀਆਂ ਹੋ ਗਈਆਂ ਹਨ। ਤੁਸੀਂ ਹੁਣ ਆਨੰਦ ਕਰਦੇ ਅਤੇ ਪ੍ਰਭੂ ਦੀ ਮਹਿਮਾ ਕਰਦੇ ਹੋਏ ਘਰ ਜਾ ਸਕਦੇ ਹੋ। ਸਰੋਤਿਓ, ਆਪਣਾ ਸਿਰ ਉਠਾ ਲਵੋ। ਇਹ ਹੈ ਆਦਮੀ। ਆਓ ਹਰ ਇੱਕ ਕਹੇ, ਪ੍ਰਭੂ ਦੀ ਮਹਿਮਾ ਹੋਵੇ। ਹਰ ਕੋਈ ਪ੍ਰਭੂ ਦੀ ਮਹਿਮਾ ਹੋਵੇ ਕਹੋ। ਸਭ ਜਗ੍ਹਾ ਹਰ ਕੋਈ ਆਪਣੇ ਸਿਰ ਝੁਕਾ ਲਵੋ। ਆਪਣੇ ਸਿਰ ਝੁਕਾ ਕੇ ਰੱਖੋ। ਤਾਪ ਕੋਈ ਬਿਮਾਰੀ ਨਹੀਂ ਹੈ। ਇਹੀ ਕਾਰਨ ਹੈ ਮੈਂ ਕਿਹਾ ਸੀ, ਵਿਸ਼ਵਾਸ ਵਿੱਚ ਬਣੇ ਰਹੋ। ਗਲਾ, ਨੱਕ ਤੇ ਮਾਸ ਨਾਲੋਂ ਵੱਡਾ ਹੈ। ਸਰੀਰਕ ਤਰੰਗ ਹੈ, ਪਰ ਮੈਂ ਬੱਚੇ ਦੇ ਹੱਥ ਤੋਂ ਕੰਪਨ ਚੁੱਕ ਸਕਦਾ ਹਾਂ।